ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਸਿੰਘ ਜੀ। ਬਹੁਤ ਬਹੁਤ ਸਵਾਗਤ ਐਂਡ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਸੰਜੀਵ ਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅਰਵਿੰਦਰ ਜੀ, ਇੱਕ ਨਾ ਬੜੀ ਸ਼ਰਾਰਤੀ ਮਨ ਹੁੰਦੇ ਨੇ ਜਿੱਦਾਂ, ਤੇ ਸਾਡੇ ਮਨ 'ਚ ਵੀ ਸ਼ਰਾਰਤ ਆਉਂਦੀ ਆ। ਕਈ ਵਾਰ ਅਸੀਂ ਸੁਣਦੇ ਹਾਂ ਕਿ ਇੱਕ ਤਾਂ ਆਪਾਂ ਵੀਜ਼ੇ ਦੇ ਬਾਰੇ ਤਾਂ ਬਹੁਤ ਗੱਲਾਂ ਕੀਤੀਆਂ ਨੇ ਔਰ ਬਹੁਤ ਜ਼ਿਆਦਾ ਡਿਟੇਲ 'ਚ ਤੁਸੀਂ ਦੱਸਦੇ ਹੋ। ਕੁਝ ਇਹ ਵੀ ਦੱਸਦੇ ਨੇ ਕਿ 2 ਨੰਬਰ ਦੇ ਵਿੱਚ ਵੀ ਜਾਂਦੇ ਨੇ ਕਈ ਲੋਕ ਔਰ ਉਹ ਕਾਫੀ ਜ਼ਿਆਦਾ ਡਿਸਕਸ਼ਨਸ ਹੁੰਦੀਆਂ ਨੇ। ਸੁਣ ਕੇ ਗੱਲਾਂ ਵੀ ਬੜੀਆਂ, ਕਈਆਂ ਦੀਆਂ ਪੋਲਾਂ ਖੋਲੋਗੇ ਕਈਆਂ ਨੂੰ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਇੱਦਾਂ ਪਹੁੰਚ ਗਏ ਡੋਂਕੀ ਲਗਾਈ। ਮੈਂ ਕਿਹਾ ਚਲੋ ਵਰਡ ਵੀ ਬਹੁਤ ਸੋਹਣਾ ਲੱਭਿਆ ਤੁਸੀਂ, ਡੋਂਕੀ। ਸੋ ਇਹ ਜਿਹੜੀ ਡੋਂਕੀ ਲਗਾਈ ਜਾਂਦੀ ਹੈ ਕਿ ਤੋਂ ਡਾਇਰੈਕਟ ਫਲਾਈਟ ਫੜੋ ਜੀ, ਫਿਰ ਉਹ ਤੋਂ ਬਾਰਡਰ ਕ੍ਰਾਸ ਕਰੋ ਜੀ। ਸੋ ਅਮਰੀਕਾ ਬਾਰੇ ਵੀ ਮੈਂ ਕਈ ਵਾਰ ਸੁਣਦਾ। ਸੋ ਮੈਂ ਕਈ ਵਾਰ ਦਿਮਾਗ 'ਚ ਆਉਂਦਾ ਕਿ ਐਡਾ ਵੱਡਾ ਮੁਲਕ ਹੈ, ਐਡਾ ਡਿਵੈਲਪਡ ਮੁਲਕ ਹੈ ਔਰ ਕਿੰਨੇ ਸਾਲਾਂ ਤੋਂ ਇਹ ਡੋਂਕੀ ਖੇਡਦੇ ਪਏ ਨੇ ਲੋਕ ਔਰ ਬਾਰਡਰ ਕ੍ਰਾਸ ਕਰਦੇ ਨੇ। ਸਮਟਾਈਮਸ ਦੇ ਸੇ ਗੋ ਟੂ ਮੈਕਸੀਕੋ, ਡਾਇਰੈਕਟ ਫਲਾਈਟ ਲੈ ਕੇ ਮੈਕਸੀਕੋ ਜਾਓ, ਫਿਰ ਉਹ ਤੋਂ ਬਾਰਡਰ ਕ੍ਰਾਸ ਕਰੋ। ਮਤਲਬ ਇਜ਼ ਇਟ ਪੋਸੀਬਲ ਕਿ 2 ਨੰਬਰਸ ਵੀ ਲੋਕ ਜਾਂਦੇ ਨੇ, ਡੋਂਕੀ ਵੀ ਹੁੰਦਾ ਹੈ? ਸੰਜੀਵ ਜੀ, ਆਬਵੀਅਸਲੀ ਇਹ ਲਾਈਕ ਡਾਰਕ ਸਾਈਡ ਆਫ ਟ੍ਰੇਡ ਹੈ। ਯੈਸ, ਮਾਫੀਆ ਕੰਮ ਕਰਦਾ ਹੈ ਔਰ ਯੈਸ ਟਰੈਵਲਿੰਗ ਦੇ ਵਿੱਚ ਬਹੁਤ ਸਾਰੇ ਲੋਕ ਮਾਫੀਆ ਦੇ ਵਿੱਚ ਇਨਵੋਲਵ ਨੇ। ਔਰ ਮਾਫੀਆ ਦੇ ਵਿੱਚ ਅਗਰ ਅਸੀਂ ਵੇਖੀਏ ਤਾਂ ਇਹ ਅੱਜ ਦਾ ਨਹੀਂ, ਇਹ ਹਿਊਮਨ ਸਮਗਲਿੰਗ ਬਹੁਤ ਪੁਰਾਣਾ ਸਬਜੈਕਟ ਆ, ਬਹੁਤ ਲੰਬੇ ਸਮੇਂ ਦਾ ਸਬਜੈਕਟ ਆ। ਸੋ ਰਾਜਿਆਂ ਦੇ ਜ਼ਮਾਨੇ ਦੇ ਵਿੱਚ ਵੀ ਹਿਊਮਨ ਸਮਗਲਿੰਗ ਹੁੰਦੀ ਸੀ। ਖੈਰ ਇਹ ਕੰਟੀਨਿਊਸਲੀ ਹਾਲੇ ਤੱਕ ਚੱਲ ਰਹੀ ਹੈ। ਇਹ ਥੋੜ੍ਹਾ ਡਰਾਉਣਾ ਹੈ। ਦੇਖੋ ਸਰ, ਅਮਰੀਕਾ ਇੱਕ ਐਸਾ ਮੁਲਕ ਆ ਜਿਹਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਾਇਦ ਗੋਰਿਆਂ ਦਾ, ਸ਼ਾਇਦ ਕਾਲਿਆਂ ਦਾ। ਸੋ ਦਿਸ ਇਜ਼ ਹਾਊ ਵੀ ਲਾਈਕ ਅਸੀਂ ਇਹਨੂੰ ਇਸ ਤਰੀਕੇ ਨਾਲ ਪਰਸੈਪਸ਼ਨ ਬਣੀ ਹੋਈ ਹੈ, ਸਾਡੀ ਪਰਸੈਪਸ਼ਨ ਇਸ ਤਰੀਕੇ ਨਾਲ। ਬਟ ਅਸਲ 'ਚ US ਪੂਰੀ ਦੁਨੀਆ ਦਾ ਸਾਂਝਾ ਮੁਲਕ ਆ। US ਕਿਸੇ ਦੇ ਪਿਓ ਦਾ ਨਹੀਂ ਹੈ। US ਪੂਰੀ ਦੁਨੀਆ ਦਾ ਸਾਂਝਾ ਮੁਲਕ ਆ। ਸੋ ਇਸੇ ਕਰਕੇ ਜਿਹੜੇ ਹਿਊਮਨ ਰਾਈਟਸ ਨੇ, ਜਿਹੜੇ ਅਧਿਕਾਰ ਇੱਥੋਂ ਦੇ ਨੇ, ਉਹ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੈ। ਸੋ ਇਸ ਕਰਕੇ ਇਸ ਧਰਤੀ ਤੇ ਜਿਹਦਾ ਪੈਰ ਪਾ ਜਾਂਦਾ, ਜਿਹਦਾ ਪੈਰ ਰੱਖਿਆ ਜਾਂਦਾ ਇਸ ਧਰਤੀ ਦੇ ਉੱਪਰ, ਉਹਨੂੰ ਉੱਥੋਂ ਵਾਪਸ ਤੋਰਨਾ ਜਾਂ ਉਹਨੂੰ ਇੱਕਦਮ ਲਿਟੀਗੇਸ਼ਨ ਦੇ ਵਿੱਚ ਕਰਨਾ, ਇਹ ਐਡਾ ਸੌਖਾ ਨਹੀਂ ਹੈਗਾ। ਸੋ ਇਸੇ ਕਰਕੇ ਤੁਸੀਂ ਵੇਖਿਆ ਬਹੁਤ ਸਾਰੇ ਲੋਕ ਇਲੀਗਲੀ ਉੱਥੇ ਜਦ ਤੱਕ ਰਹਿਣਾ ਚਾਹੋ ਰਹਿ ਸਕਦੇ ਆ। ਔਰ ਇਸੇ ਕਰਕੇ ਹੀ ਇਹ ਹੋਰ ਜਿਹੜੇ ਫੋਰਨਰਸ ਆ ਜਾਂ ਏਲੀਅਨਸ ਆ ਉਹਨਾਂ ਨੂੰ ਹੋਰ ਲਿਓਰ ਕਰਦਾ ਆ। ਸੋ ਇਸ ਕਰਕੇ ਇਹ ਰੂਟਸ ਲਗਾਤਾਰ ਬਣਦੇ ਨੇ ਔਰ ਬਹੁਤ ਸਾਰੇ ਲੋਕ ਇਹਦੇ ਉੱਪਰ ਕੰਟੀਨਿਊਸਲੀ ਕੰਮ ਕਰਦੇ ਰਹਿੰਦੇ ਨੇ। ਕਦੀ ਇੱਕ ਤਰੀਕਾ ਲੱਭਿਆ, ਕਦੀ ਦੂਸਰਾ ਤਰੀਕਾ ਲੱਭਿਆ। ਜਦ ਤੱਕ ਇੱਕ ਤਰੀਕਾ ਚੋਰੀ ਦਾ, ਇੱਕ ਤਰੀਕਾ ਪੁਲਿਸ ਨੇ ਫੜ ਲਿਆ, ਉਦੋਂ ਤੱਕ ਦੂਸਰਾ ਤਰੀਕਾ ਇਜਾਦ ਹੋ ਜਾਂਦਾ। ਸੋ ਲਗਾਤਾਰ ਇਹ ਕੰਮ ਚੱਲਦਾ ਆ। ਸੋ ਇੰਡੀਆ ਤੋਂ ਇੰਡੀਆ ਤੋਂ ਬਹੁਤ ਸਾਰੀ ਫਿਲਟਰੇਸ਼ਨ, ਈਵਨ ਇੰਡੀਆ ਤੋਂ, ਈਵਨ ਜਿਹੜੇ ਆ ਗਲਫ ਕੰਟਰੀਜ਼ ਤੋਂ, ਈਵਨ ਸਾਊਥ ਅਮਰੀਕਨ ਕੰਟਰੀਜ਼ ਤੋਂ, ਬਹੁਤ ਸਾਰੇ ਕੰਟਰੀਜ਼ ਤੋਂ ਤਕਰੀਬਨ ਜਿਹੜੀ ਇਨਫਿਲਟਰੇਸ਼ਨ ਆ ਇੱਧਰ ਨੂੰ ਜਾਂਦੀ ਹੈ। ਬਟ ਇਹਦੇ ਬਾਰੇ ਆਪਾਂ ਇੰਡੀਆ ਬਾਰੇ ਕਿਸ ਤਰੀਕੇ ਨਾਲ ਚੱਲਦਾ ਉਹ ਥੋੜ੍ਹੀ ਬਹੁਤ ਆਪਾਂ ਇਹਦੇ ਬਾਰੇ ਜੇ ਕਹੋ ਤੇ ਇਹਦੇ ਉੱਪਰ ਚਾਨਣਾ ਪਾ ਸਕਦੇ ਹਾਂ ਆਪਾਂ। ਜ਼ਰੂਰ ਚਾਨਣਾ ਪਾਓ ਜੀ। ਸੋ ਇੰਡੀਆ ਤੋਂ ਬੇਸਿਕਲੀ ਜਿਹੜੇ ਸਾਡੇ ਕੋਲ ਇੱਥੋਂ ਡਾਇਰੈਕਟ ਫਲਾਈਟਸ ਨਹੀਂ ਹੈਗੀਆਂ ਮੈਕਸੀਕੋ ਨੂੰ, ਬਟ ਸਾਡੇ ਕੋਲ ਬਹੁਤ ਸਾਰੇ ਈਵਨ ਜਿਹੜੇ ਯੂਰਪ, ਜਿਹੜੇ ਤੁਸੀਂ ਵੇਖੋਗੇ ਯੂਰਪ ਦੇ ਥੱਲੇ ਵਾਲਾ ਏਰੀਆ ਜਿਹੜਾ ਜਿਹਨੂੰ ਅਸੀਂ ਅਫਰੀਕਾ ਕਹਿੰਦੇ ਹਾਂ ਕੰਟੀਨੈਂਟ, ਉਹਦੇ ਸਾਈਡ 'ਤੇ ਤੁਸੀਂ ਬਹੁਤ ਸਾਰੇ ਸੇਚਲੀਸ ਹੋ ਗਿਆ, ਮੈਡਾਗਾਸਕਰ ਹੋ ਗਿਆ, ਮੌਰੀਸ਼ੀਅਸ ਹੋ ਗਿਆ। ਸੋ ਇਸ ਤਰੀਕੇ ਦੇ ਕੰਟਰੀਜ਼ ਨੇ, ਆਈਲੈਂਡ ਕੰਟਰੀਜ਼ ਨੇ, ਜਿੱਥੇ ਸਾਨੂੰ ਇੰਡੀਅਨਸ ਨੂੰ ਵੀਜ਼ਾ ਔਨ ਅਰਾਈਵਲ ਹੈ। ਸੋ ਇਹਦਾ ਮਤਲਬ ਤੁਸੀਂ ਟਿਕਟ ਲੈ ਕੇ ਜਿੱਥੇ ਮਰਜ਼ੀ ਜਾ ਸਕਦੇ ਹੋ। ਸੋ ਇਸੇ ਤਰੀਕੇ ਨਾਲ ਬਹੁਤ ਸਾਰੇ ਅਫਰੀਕਨ ਕੰਟਰੀਜ਼ ਦੇ ਸਾਨੂੰ ਵੀਜ਼ਾ ਔਨ ਅਰਾਈਵਲ ਦਾ। ਸੋ ਤੁਸੀਂ ਉੱਥੋਂ ਫਰਦਰ ਮੂਵ ਹੋ ਸਕਦੇ ਹੋ। ਸੋ ਇਸੇ ਪਾਸੇ ਤੁਸੀਂ ਉਹਦੀ ਅਗਰ ਲਾਈਕ ਜਿਹੜੀ ਅਗਰ ਵੈਸਟਰਨ ਸਾਈਡ ਵੇਖੋਗੇ ਕੰਟੀਨੈਂਟ ਦੀ, ਸੇਮ ਉੱਥੇ ਵੀ ਬਹੁਤ ਸਾਰੇ ਆਈਲੈਂਡਸ ਨੇ, ਥੱਲੇ ਸਾਊਥ ਅਫਰੀਕਾ ਕੰਟਰੀ ਹੈ। ਸੋ ਇਹਨਾਂ ਸਾਰੇ ਪਾਸੇ ਜਾਣਾ ਸਾਨੂੰ ਕੋਈ ਮੁਸ਼ਕਲ ਨਹੀਂ ਹੈਗਾ। ਔਰ ਯੂਰਪ ਇਹਦੇ ਬਿਲਕੁਲ ਉੱਪਰ ਸੈਂਟਰ ਦੇ ਵਿੱਚ ਆ। ਸੋ ਡਾਇਰੈਕਟ ਫਲਾਈਟਸ ਥੱਲੇ ਨੂੰ ਨਾ ਹੋਣ ਕਰਕੇ ਬਹੁਤ ਸਾਰੀਆਂ ਯੂਰਪੀਅਨ ਕੈਰੀਅਰਸ ਜਾਂਦੇ ਆ। ਸੋ ਯੂਰਪੀਅਨ ਕੈਰੀਅਰਸ ਦੇ ਵਿੱਚੋਂ ਇੱਕ ਸਮਾਂ ਸੀਗਾ ਕਿ ਜਦੋਂ ਪਾਸਪੋਰਟਸ ਲੋਕੀ ਪਾੜ ਕੇ ਲਾਂਭੇ ਹੋ ਜਾਂਦੇ ਹੁੰਦੇ ਸੀ, ਫਿਰ ਏਅਰਲਾਈਨਸ ਉੱਪਰ ਜੁਰਮਾਨਾ ਹੋਣ ਲੱਗ ਪਿਆ। ਹੁਣ ਦੇ ਸਮੇਂ ਵਿੱਚ ਇਸ ਤਰੀਕੇ ਨਾਲ ਹੈ ਕਿ ਏਅਰਲਾਈਨਸ ਬੋਰਡਿੰਗ ਨਹੀਂ ਦਿੰਦੀਆਂ। ਸੋ ਸਟਿਲ ਤੁਸੀਂ ਯੂ ਫਾਈਂਡ ਵੇਜ਼ ਕਿ ਤੁਸੀਂ ਥੱਲੇ ਦੀ ਜਿਸ ਤਰੀਕੇ ਨਾਲ ਕ੍ਰੋਲ ਕਰਕੇ ਜਾਂ ਛੋਟੇ ਰੂਟਸ ਬਣਾ ਕੇ ਹੌਲੀ ਗਾਂ ਦੀ ਗਾਂ ਮੂਵ ਆਨ ਹੁੰਦੇ ਜਾਂਦੇ ਹੋ। ਔਰ ਇਸੇ ਤਰੀਕੇ ਨਾਲ ਜਿਹੜੇ ਕੈਰੀਬੀਅਨ ਆਈਲੈਂਡਸ ਆ, ਕੈਰੀਬੀਅਨ ਆਈਲੈਂਡਸ ਵਿੱਚ ਬਹੁਤ ਸਾਰੇ ਰੀਜਨਸ ਆ ਜਿੱਥੇ ਸਾਨੂੰ ਵੀਜ਼ਾ ਔਨ ਅਰਾਈਵਲ ਆ। ਸੋ ਇਸੇ ਤਰ੍ਹਾਂ ਇਕੁਆਡੋਰ ਆ, ਉੱਥੇ ਸਾਨੂੰ ਵੀਜ਼ਾ ਔਨ ਅਰਾਈਵਲ ਹੈ। ਸੋ ਜਿਹੜੀ ਤੁਸੀਂ ਮੂਵੀਜ਼ ਦੇ ਵਿੱਚ ਵੀ ਵੇਖਿਆ ਕਿ ਲੋਕੀ ਇਕੁਆਡੋਰ ਤੋਂ ਨਿਕਲਦੇ ਨੇ, ਪਨਾਮਾ ਦੇ ਜੰਗਲਾਂ ਤੋਂ ਕਰਦੇ ਉੱਪਰੋਂ ਮੈਕਸੀਕੋ ਤੱਕ ਜਾਂਦੇ ਆ। ਉਹ ਸਾਰਾ ਬੇਸਿਕਲੀ ਇਹੀ ਰੂਟ ਆ। ਬਟ ਇਹ ਸਾਰੇ ਰੂਟਸ ਦੇ ਉੱਪਰ ਤੁਸੀਂ ਹੁਣ ਮੀਡੀਆ ਜਾਗਰੂਕ ਆ। ਹੁਣ ਤਕਰੀਬਨ ਤੁਹਾਨੂੰ ਚੀਜ਼ਾਂ ਦਿਸਦੀਆਂ ਨੇ। ਇਹ ਸਾਰੇ ਚੈਨਲਸ ਤੋਂ ਨਗ ਜਾਂਦੇ ਆ ਕਿ 20-25 ਨਗ ਚੱਲੇ ਸੀ, ਉਹਦੇ 'ਚੋਂ 15-20 ਪਹੁੰਚ ਗਏ, ਬਾਕੀਆਂ ਦਾ ਕੀ ਬਣਿਆ ਉਹ ਰੱਬ ਰਾਖਾ ਆ।
ਸੋ ਤਰੀਕੇ ਭਾਵੇਂ ਇਜਾਦ ਕਰੀ ਜਾਣ, ਬਟ ਇਹ ਜਾਨਾਂ ਵਾਲਾ ਮਸਲਾ, ਜਾਨਾਂ ਗਵਾਉਣ ਵਾਲਾ ਮਸਲਾ, ਇਹ ਕੰਟੀਨਿਊਸਲੀ ਬਣਿਆ ਰਿਹਾ ਹਾਲੇ ਤੱਕ। ਔਰ ਜਾਨਾਂ ਖਪਾਉਣ ਵਾਲਾ ਸਭ ਤੋਂ ਵੱਧ ਜਿਹੜੀਆਂ ਮੁੰਡਿਆਂ ਦੀਆਂ ਜਾਨਾਂ ਜਾਂਦੀਆਂ ਨੇ ਇਸੇ ਪਾਸੇ ਨੂੰ ਜਾਂਦੀਆਂ। ਮੈਨੂੰ ਯਾਦ ਹੈ ਕਿਸੇ ਚੈਨਲ ਦੇ ਉੱਪਰ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਐਗਜ਼ੈਕਟਲੀ ਲਾਈਵ ਚੈਨਲ ਦੇ ਵਿੱਚ ਕਿ ਮੇਰਾ ਮੇਰੇ ਚਾਚੇ ਨੂੰ ਕਿਸੇ ਨੇ ਬਾਹਰ ਭੇਜਿਆ ਸੀ ਅਮਰੀਕਾ 2 ਨੰਬਰ ਦੇ ਵਿੱਚ, ਮੈਨੂੰ ਹੀ ਉਸੇ ਨੇ ਭੇਜਿਆ, ਤੇ ਇਹਦੇ 'ਚ ਗਲਤ ਕੀ ਹੈ ਜੀ? ਉਹ ਵੀ ਲੋਕ ਸਹੀ ਕੰਮ ਕਰਦੇ ਹੀ ਨੇ। ਸੋ ਜਿਹੜੇ ਤਰੀਕੇ ਗਲਤ ਹੈ ਇਹਨਾਂ ਨੂੰ ਇੰਡੋਰਸ ਨਹੀਂ ਕੀਤਾ ਜਾ ਸਕਦਾ। ਔਰ ਮੈਂ ਭਾਈ ਸਾਹਿਬ ਨੂੰ ਜਵਾਬ ਦੇ ਕੇ ਕਿਹਾ ਸੀਗਾ ਕਿ ਪਹਿਲੀ ਗੱਲ ਤੇ ਜਿਹੜੀ ਗਲਤੀ ਆ ਉਹਨੂੰ ਅਸੀਂ ਇੰਡੋਰਸ ਨਹੀਂ ਕਰ ਸਕਦੇ, ਗਲਤ ਕੰਮ ਨੂੰ ਅਸੀਂ ਕਦੀ ਵੀ ਸਹੀ ਟਿਕ ਨਹੀਂ ਲਾ ਸਕਦੇ। ਦੂਸਰੀ ਚੀਜ਼ ਆ ਕਿ ਅਗਰ ਤੁਸੀਂ ਸੋਚੋਗੇ ਅਗਰ ਤੁਹਾਡੇ ਪੁੱਤਰ ਨੂੰ ਉਸੇ ਰਾਹ ਤੋਂ ਜਾਣਾ ਪਵੇ ਤੇ ਤੁਹਾਡਾ ਦਿਲ ਕੋਈ ਕੰਬਦਾ ਜਾਂ ਤੁਹਾਨੂੰ ਸਭ ਕੁਝ ਨਾਰਮਲ ਲੱਗਦਾ ਆ? ਸੋ ਕਿਸੇ ਟਾਈਮ ਸਾਨੂੰ ਲੱਗਦਾ ਕਿ ਅਸੀਂ ਚੱਲ ਲਈਆਂ, ਕੋਈ ਗੱਲ ਨਹੀਂ, ਗਾਂ ਮਤਲਬ ਨਾਰਮਲ ਚੀਜ਼ਾਂ ਆ, ਪਰ ਜਦੋਂ ਤੁਸੀਂ ਤਹਿ ਤੱਕ ਜਾਓਗੇ ਤੁਹਾਨੂੰ ਇਹ ਚੀਜ਼ਾਂ ਡਰਾਉਣੀਆਂ ਲੱਗਣਗੀਆਂ। ਸੋ ਇਸ ਕਰਕੇ ਇਹ ਜਿੰਨੇ ਮਰਜ਼ੀ ਅਸੀਂ ਰੂਟਸ ਦੀ ਗੱਲ ਕਰ ਲਈਏ, ਜਿੰਨੇ ਮਰਜ਼ੀ ਅਸੀਂ ਪੁੱਠਿਸ ਦੇ ਕੰਮ ਕਰ ਲਈਏ। ਸੋ ਪਹਿਲਾਂ ਮੈਂ ਇੱਥੋਂ ਤੱਕ ਆਪਣੇ ਕਰੀਅਰ ਵਿੱਚ ਲੋਕਾਂ ਨੂੰ ਕਹਿੰਦਿਆਂ ਸੁਣਿਆ ਕਿ ਐਤਕੀ ਜੀ ਬਹੁਤ ਕਿਰਪਾ ਹੋ ਗਈ ਮਾਲਕ ਦੀ ਜੀ, ਸਾਡਾ ਮੁੰਡਾ ਸਾਲ 'ਚ ਹੀ ਪਹੁੰਚ ਗਿਆ, ਸਾਡਾ ਮੁੰਡਾ 6 ਮਹੀਨਿਆਂ 'ਚ ਹੀ ਪਹੁੰਚ ਗਿਆ। ਪਰ ਇਹ ਉਹ ਸਾਰੇ ਲੋਕ ਸੀ ਜਿਨ੍ਹਾਂ ਨੇ ਕਦੀ ਅੰਬੈਸੀ ਦਾ ਕੁੰਡਾ ਵੀ ਨਹੀਂ ਖੜਕਾ ਕੇ ਵੇਖਿਆ, ਜਿਹੜੇ ਬਿਲੀਵ ਹੀ ਨਹੀਂ ਕਰਦੇ ਕਿ ਅੰਬੈਸੀ ਵੀਜ਼ਾ ਦਿੰਦੀ ਹੈ। ਸੋ ਜਿਸ ਤਰੀਕੇ ਤੁਹਾਡੀ ਸਾਈਕੋਲੋਜੀ ਹੈ ਉਸ ਨੂੰ ਤੁਸੀਂ ਬਦਲ ਨਹੀਂ ਸਕਦੇ, ਬਟ ਜਿਹੜਾ ਫਿਊਚਰ ਹੈ ਦੈਟ ਬਿਲੋਂਗਸ ਟੂ ਯੂ। ਹੁਣ ਬੱਚੇ ਘਰ ਆਉਂਦੇ ਨੇ ਵਾਪਸ, ਹੁਣ ਬੱਚੇ ਪੜ੍ਹਨ ਜਾਂਦੇ ਆ, ਹੁਣ ਸਾਰੇ ਸਟੂਡੈਂਟਸ ਬਾਹਰ ਜਾ ਕੇ PR ਲੈਂਦੇ ਆ, ਉਸ ਤੋਂ ਬਾਅਦ ਆਉਣ ਜਾਣ ਬਣਾਈ ਰੱਖਦੇ ਆ। ਸੋ ਇਸ ਕਰਕੇ ਜਿਹੜੇ ਪੁਰਾਣੇ ਤਰੀਕੇ ਸਾਨੂੰ ਇਹਨਾਂ ਨੂੰ ਤਿਆਗਣਾ ਪਊਗਾ, ਨਹੀਂ ਤੇ ਜਿੰਨੀਆਂ ਜ਼ਿੰਦਗੀਆਂ ਸਾਡੇ ਕੋਲ ਬਚੀਆਂ ਨੇ ਅਸੀਂ ਉਹ ਵੀ ਗਵਾ ਬੈਠਾਂਗੇ। ਓ ਗॉड, ਇਹਦਾ ਮਤਲਬ ਇਹ ਹੈ ਕਿ ਲਾਈਫ ਦਾ ਰਿਸਕ ਹੈ, ਉਹਦੇ ਵਿੱਚ ਤੁਹਾਡੀ ਜਾਨ ਜਾ ਸਕਦੀ ਹੈ। ਔਰ ਜਦੋਂ ਤੁਸੀਂ ਪਨਾਮਾ ਦੀ ਗੱਲ ਕੀਤੀ ਹੈ ਤੇ ਉਹ ਬੜਾ ਡੈਂਸ ਫੋਰੈਸਟ ਆ, ਬਹੁਤ ਗਹਿਰਾ ਜੰਗਲ ਆ, ਤੇ ਉਹਦੇ ਵਿੱਚੋਂ ਕ੍ਰਾਸ ਕਰਨਾ ਔਰ ਵਿਦਆਊਟ ਐਨੀ ਸਿਕਿਉਰਿਟੀ ਅਸੀਂ ਸੰਜੀਵ ਜੀ ਬਹੁਤ ਸਾਰੇ ਕਾਂਡ ਸੁਣੇ ਆ, ਅਸੀਂ ਮਾਲਟਾ ਕਾਂਡ ਸੁਣੇ, ਪਨਾਮਾ ਕਾਂਡ ਸੁਣੇ। ਇਹ 1-2 ਕਾਂਡ ਜਿਹੜੇ ਉਹ ਸੀਗੇ ਜਿਹੜੇ ਰਿਪੋਰਟ ਹੋ ਗਏ, ਜਿਹੜੇ ਕਿਸੇ ਸਰਵਾਈਵਰ ਵੱਲੋਂ ਰਿਪੋਰਟ ਹੋ ਗਏ, ਬਟ ਬਹੁਤ ਸਾਰੇ ਐਸੇ ਕਾਂਡ ਆ ਜਿਨ੍ਹਾਂ 'ਚ ਕੋਈ ਬਚਿਆ ਹੀ ਨਹੀਂ, ਜਿਹੜੀ ਪੂਰੀ ਕਿਸ਼ਤੀ ਡੁੱਬ ਗਈ ਜਿਹਦੇ 'ਚੋਂ ਕੋਈ ਵੀ ਨਹੀਂ ਆਇਆ। ਸੋ ਇਦਾਂ ਹੀ ਇੱਕ ਪਿੱਛੇ ਜੇ ਲਾਈਕ ਜਿਹੜਾ ਅਰੇਬੀਅਨ ਕੰਟਰੀਜ਼ ਤੋਂ ਸੀਗਾ, ਇੱਕ ਬੱਚੇ ਦੀ ਲਾਸ਼ ਸਮੁੰਦਰ ਦੇ ਕਿਨਾਰੇ ਦੇ ਉੱਪਰ ਪਈ ਸੀ ਰੈਡ ਟੀ-ਸ਼ਰਟ ਦੇ ਵਿੱਚ, ਤੇ ਪੂਰੀ ਦੁਨੀਆ ਹਿੱਲ ਗਈ ਸੀ। ਇਹ ਬੱਚਾ ਇਕੱਲਾ ਇੱਥੇ ਮਤਲਬ ਤੱਟ ਦੇ ਉੱਪਰ ਤੈਨੂੰ ਡੈੱਡ ਮਿਲਿਆ ਆ। ਸੋ ਇੱਕ 4-5 ਸਾਲ ਦਾ ਬੱਚਾ ਸੀ। ਸੋ ਉਤੋਂ ਪੂਰੇ ਯੂਰਪ ਨੇ ਸਬਕ ਲਿਆ ਸੀਗਾ। ਸੋ ਸਟਿਲ ਬਟ ਹਾਲੇ ਤਾਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ, ਬਹੁਤ ਕੁਝ ਸਮਝਣ ਦੀ ਲੋੜ ਆ। ਸੋ ਇਹ ਚੀਜ਼ਾਂ ਡਰਾਉਣੀਆਂ ਨੇ। ਸੋ ਇਸ ਕਰਕੇ ਕਿਸੇ ਜ਼ਮਾਨੇ ਦੇ ਵਿੱਚ ਮਾਸਕੋ ਵੱਲ ਦੀ ਰੂਟ ਚੱਲਦੇ ਸੀ, ਮਾਸਕੋ ਤੋਂ ਪੂਰਾ ਜਿਹੜਾ ਯੂਰਪ ਦੀ ਇਨਫਿਲਟ੍ਰੇਸ਼ਨ ਸੀ, ਬਿਕੋਜ਼ ਉਸ ਟਾਈਮ ਤੇ ਜਰਮਨੀ ਲੋਕ ਜਾਣਾ ਚਾਹੁੰਦੇ ਹੁੰਦੇ ਸੀ, ਫਰਾਂਸ ਜਾਣਾ ਚਾਹੁੰਦੇ ਹੁੰਦੇ ਸੀ, ਔਰ ਇੰਗਲੈਂਡ ਜਾਣਾ ਚਾਹੁੰਦੇ ਹੁੰਦੇ ਸੀ। ਹੁਣ ਖੈਰ ਇਸ ਰੀਜਨ ਨੇ ਵੀਜ਼ਾਸ ਕਾਫੀ ਵਧਾ ਦਿੱਤੇ ਆ, ਔਰ ਇਸ ਟਾਈਮ ਦੇ ਵਿੱਚ ਜਿਹੜਾ ਸਭ ਤੋਂ ਵੱਧ ਜਿਹੜੀ ਫਿਲਟਰੇਸ਼ਨ ਆ ਉਹ US ਵਿੱਚ ਆ। ਔਰ ਇੱਕ ਚੀਜ਼ ਮੇਰੇ ਹੋਰ ਦਿਮਾਗ 'ਚ ਆ ਰਹੀ ਆ ਕਿ ਆਪਾਂ ਫਰਦਰ ਇਹ 'ਤੇ ਗੱਲ ਕਰਾਂਗੇ ਕਿ ਜਦੋਂ ਬਾਰਡਰ ਕ੍ਰਾਸ ਕਰਦੇ ਆ ਲੋਕ, ਉਦੋਂ ਉੱਥੇ ਪਬਲਿਕ ਨੂੰ ਦੇਖ ਵੀ ਲੈਂਦੀ ਹੋਏਗੀ, ਜਿਹੜੀ ਪੁਲਿਸ ਹੈਗੀ, ਜਿਹੜੀ ਸਿਕਿਉਰਿਟੀ ਬਾਰਡਰ ਗਾਰਡਸ ਹੋਣਗੇ, ਉਹ ਸ਼ੂਟ ਨਹੀਂ ਕਰਦੇ ਉਹਨਾਂ ਨੂੰ, ਅਰੈਸਟ ਕਰਕੇ ਫਿਰ ਉਹਨਾਂ ਉੱਤੇ ਕੋਈ ਕੇਸਿਸ ਚੱਲਦੇ ਨੇ? ਕਿਆ ਹੈ ਕਿ ਇਹ ਸਾਰਾ ਕੁਝ? ਸੰਦੀਪ ਜੀ, ਇੰਡੀਆ ਪਾਕਿਸਤਾਨ ਦਾ ਬਾਰਡਰ ਨਹੀਂ ਹੈ ਕਿ ਜੇ ਤੁਸੀਂ ਡਰੋਨਾਂ ਨੂੰ ਵੀ ਬੰਦੂਕਾਂ ਮਾਰਦੇ ਫਿਰੋ ਤੇ ਗੋਲੇ ਚਲਾਉਂਦੇ ਫਿਰੋ। ਇਹ ਬੇਸਿਕਲੀ US ਦਾ ਬਾਰਡਰ ਹੈ। US ਦੇ ਵਿੱਚ ਤੁਸੀਂ ਅਗਰ ਬਾਰਡਰ ਕ੍ਰਾਸ ਕਰਦੇ ਹੋ, ਤੁਸੀਂ ਉਸ ਟਾਈਮ ਅਮਰੀਕਾ 'ਚ ਪੈਰ ਪਾ ਚੁੱਕੇ ਹੋ, ਔਰ ਜੋ ਤੁਸੀਂ ਅਮਰੀਕਾ 'ਚ ਪੈਰ ਪਾ ਲਿਆ, ਹਿਊਮਨਟੇਰੀਅਨ ਗਰਾਊਂਡ ਦੇ ਉੱਪਰ ਤੁਹਾਨੂੰ ਨਹੀਂ ਮਾਰਿਆ ਜਾ ਸਕਦਾ, ਸ਼ੂਟ ਨਹੀਂ ਕਰਨਗੇ। ਸੋ ਇਸੇ ਕਰਕੇ ਤੁਹਾਨੂੰ ਰੈਸਕਿਊ ਕਰਕੇ ਤੁਹਾਨੂੰ ਕੈਂਪ ਵਿੱਚ ਭੇਜਿਆ ਜਾਂਦਾ। ਕੈਂਪ ਦੇ ਵਿੱਚ ਕੋਈ ਨਾ ਕੋਈ ਵਕੀਲ ਤੁਹਾਡੀ ਬੇਲ ਕਰਾਉਂਦਾ ਹੈ, ਤੁਹਾਨੂੰ ਬੇਲ ਆਊਟ ਪੈਕੇਜ ਆ। ਸੋ ਇਸੇ ਕਰਕੇ ਤੁਸੀਂ ਬੜੇ ਸੋਹਣੇ ਲੋਕਾਂ ਨੂੰ ਸੁਣਿਆ ਹੋਊਗਾ ਕਿ ਉੱਥੇ ਬਹੁਤ ਭਾਰੀ ਅੱਜਕੱਲ ਬੇਲ ਬੌਂਡ ਪੈਂਦਾ ਆ। ਸੋ ਸਾਡੇ ਲੋਕਾਂ ਨੇ ਉਹਨੂੰ ਲਾਈਕ ਕਿੱਲਾ 2 ਕਿੱਲੇ 4 ਕਿੱਲੇ ਇਸੇ ਚੀਜ਼ 'ਚ ਹੀ ਵੰਡ ਲਿਆ ਵੀ ਹੁਣ ਕਿੰਨਾ ਕੁ ਕਾਸਟ ਲੱਗਦੀ, ਅੱਛਾ ਕਾਸਟ ਹੁਣ ਹੋਰ ਵੱਧ ਗਈ, ਅੱਛਾ ਕਾਸਟ ਹੋਰ ਵੱਧ ਗਈ। ਸੋ ਉਹਦਾ ਮਤਲਬ ਇਹ ਹੈ ਕਿ ਟਰੰਪ ਗਵਰਨਮੈਂਟ ਨੇ ਕਾਫੀ ਇਸ ਚੀਜ਼ ਨੂੰ ਸੋਚਿਆ ਕਿ ਇਸ ਤਰੀਕੇ ਨਾਲ ਰੁਕ ਜਾਏਗਾ। ਸੋ ਬੇਲ ਬੌਂਡ ਪਹਿਲਾਂ ਘੱਟ ਹੁੰਦਾ ਸੀ, ਕਿਸੇ ਨੂੰ ਬੌਂਡ ਭਰਨਾ ਪੈਂਦਾ ਸੀ ਕੈਂਪ ਦੇ ਵਿੱਚੋਂ ਬਾਹਰ ਨਿਕਲਣ ਨੂੰ, ਬਟ ਇਸ ਟਾਈਮ ਦੇ ਵਿੱਚ ਜਿਹੜਾ ਬੌਂਡ ਦਾ ਪ੍ਰਾਈਸ ਕਾਫੀ ਕੀਤਾ ਪਿਆ ਉਹਨਾਂ ਨੇ। ਸੋ ਬੌਂਡ ਦੀ ਰਾਸ਼ੀ ਕਾਫੀ ਆ, ਬਟ ਸਾਡੇ ਲੋਕਾਂ ਨੇ ਉਸੇ ਤਰੀਕੇ ਨਾਲ ਹੀ ਉਹਨੂੰ ਕਿੱਲਿਆਂ ਦੀ ਵੰਡ ਵਿੱਚ ਹੀ ਵੇਖ ਲਿਆ ਵੀ ਇੰਨੇ ਕਿੱਲੇ ਹੋਰ ਸਹੀ, ਚੱਲ ਕੋਈ ਗੱਲ ਨਹੀਂ, ਇੱਕ ਵਾਰੀ ਬੰਦਾ ਪਹੁੰਚ ਗਿਆ ਆਪੇ ਪਾਰ ਲਾ ਦੂਗਾ ਕਿਸੇ ਨਾ ਕਿਸੇ ਸਾਰਾ ਬਿਜ਼ਨਸ ਸੈਟਲ ਕਰਕੇ ਬੈਠੇ ਹੋਏ ਨੇ। ਸੋ ਇਹ ਸੰਦੀਪ ਜੀ ਇਸ ਤਰੀਕੇ ਨਾਲ ਹੋ ਰਿਹਾ ਨਾ, ਬਿਕੋਜ਼ ਇਹ ਇੰਪਲੋਏਬਿਲਟੀ ਆ। ਸੋ ਪੇਰੈਂਟਸ ਨੂੰ ਗਿਲਟ ਤਾਂ ਨਹੀਂ ਲੱਗਦਾ ਕਿ ਉਹਨਾਂ ਨੂੰ ਲੱਗਦਾ ਕਿ ਇੰਨੇ ਪੈਸੇ ਲਾ ਕੇ ਕਾਰੋਬਾਰ ਖੋਲ ਕੇ ਦੇਣਾ, ਕਾਰੋਬਾਰ ਦਾ ਫਿਰ ਕੱਲ ਨੂੰ ਪਤਾ ਨਹੀਂ ਇੰਨੇ ਪੈਸੇ ਲਾ ਕੇ ਬੱਚਾ ਇੱਕ ਵਾਰੀ ਬਾਹਰ ਚਲ ਗਿਆ, ਪੈਸੇ ਉਹਨੇ ਆਪੇ ਕਮਾ ਕੇ ਉਹਦੀ ਜ਼ਿੰਦਗੀ ਕਮ ਸੇ ਕਮ ਸੈੱਟ ਹੋ ਜੂਗੀ, ਸਾਨੂੰ ਭੇਜੇ ਨਾ ਭੇਜੇ ਇੱਕ ਵਾਰੀ। ਸੋ ਪੇਰੈਂਟਸ ਇਹਨੂੰ ਆਪਣੀ ਤਰੀਕੇ ਨਾਲ ਇੱਕ ਡੈਲੀਗੇਸ਼ਨ ਆਫ ਜਿਹੜੀ ਉਹਨਾਂ ਦੀ ਸੋਸ਼ਲ ਰਿਸਪੌਂਸਿਬਿਲਟੀ ਆ ਉਹ ਤੋਂ ਲਾਇਬਿਲਿਟੀ ਆ ਉਹਨਾਂ ਦੀ, ਸ਼ਾਇਦ ਅਸੀਂ ਜਿਹੜੀ ਆਪਣਾ ਕੰਮ ਕਰਨਾ ਸੀਗਾ ਫਾਰਕ ਹੋ ਗਏ, ਬੱਚੇ ਦੀ ਜਿਸ ਜ਼ਿੰਮੇਵਾਰੀਆਂ ਸੀ ਉਹ ਤੋਂ ਫਾਰਕ ਹੋ ਗਿਆ, ਅਸੀਂ ਆਪਣਾ ਧਰਮ ਨਿਭਾ ਲਿਆ ਜੀ। ਇਹਦੇ 'ਚ ਇੱਕ ਪੁਆਇੰਟ ਇਹ ਆਉਂਦਾ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਕਿ ਸਪੇਸ ਦੀ ਗੱਲ ਕਰੀਏ, ਨੇਚਰ ਦੀ ਗੱਲ ਕਰੀਏ, ਤਾਂ ਜਿੱਥੇ ਜਿੱਥੇ ਲਾਈਫ ਮਿਲਦੀ ਆ ਕਹਿੰਦੇ ਉਹ ਪੂਰਾ ਸਪੇਸ ਡਾਰਕ ਹੀ ਡਾਰਕ ਆ।
90% डार्क मिलेगा, कई तो कहते हैं 95% डार्क मिलेगा, और कई ਜਿਹੜੇ स्पेस साइंटिस्ट ने कहते 99% डार्क आ, 1% लाइफ आ, ਉੱਥੇ ਉੱਥੇ ਲਾਈਟ ਆ ਜਿੱਥੇ ਜਿੱਥੇ ਲਾਈਫ ਆ, ਅਦਰਵਾਈਜ਼ ਡਾਰਕ ਆ, ਯੂ ਡੋਂਟ ਨੋ ਕਿ ਉੱਥੇ ਕੀ ਹੈਗਾ। ਉਸੇ ਤਰ੍ਹਾਂ ਹੀ ਹਰ ਫੀਲਡ ਦਾ ਹੀ ਹੁੰਦਾ ਹੈ। ਕੰਪਿਊਟਰ 'ਚ ਦੇਖੋ ਤਾਂ ਕਹਿੰਦੇ ਨੇ ਕਿ 99% ਉਹ ਹਿਡਨ ਵਰਡ ਆ ਕੰਪਿਊਟਰ ਦਾ, ਜਿੱਧਰ ਕੋਈ ਜਾਂਦਾ ਨਹੀਂ ਹੈਗਾ ਉੱਥੇ ਕ੍ਰਾਈਮ ਵੀ ਹੋ ਸਕਦੇ ਨੇ, ਉੱਥੇ ਕੁਝ ਵੀ ਹੋ ਸਕਦਾ, ਇੱਧਰ ਜਾਣਾ ਹੀ ਨਹੀਂ ਚਾਹੀਦਾ। ਇਸ ਕਰਕੇ ਜਿਹੜਾ 1% ਅਸੀਂ ਯੂਜ਼ ਕਰਦੇ ਹਾਂ, ਆਪਰੇਟ ਕਰਦੇ ਹਾਂ, ਉੱਤੇ ਉਨਾ ਹੀ ਆ, ਸਾਨੂੰ ਸਿਰਫ ਉਨਾ ਹੀ ਦਿਸਦਾ ਜੋ ਸਾਡੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਆ। ਅਸੀਂ ਉਸੇ 'ਚ ਯਕੀਨ ਕਰਦੇ ਹਾਂ। ਸੋ ਆਸੇ-ਪਾਸੇ ਪੂਰੀ ਦੁਨੀਆ 'ਚ ਉਦਾਂ ਦੇ ਬਹੁਤ ਕੁਝ ਚੱਲਦੇ ਲਗਾਤਾਰ ਕੰਟੀਨਿਊਸਲੀ ਛੁਪਿਆ ਹੋਇਆ ਹੈ ਨਾ, ਲਾਈਕ ਅ ਗਲੇਸ਼ੀਅਰ ਕਿ ਟੌਪ ਹੈ, ਟਿਪ ਆਫ ਦਾ ਆਈਸਬਰਗ, ਔਰ ਬਾਕੀ ਸਭ ਛੁਪਿਆ ਹੋਇਆ। ਸੋ ਇੱਕ ਇਹਦੇ 'ਚ ਗੱਲ ਕਰਦੇ ਸੀਗੇ ਕਿ ਡਾਇਰੈਕਟ ਫਲਾਈਟਸ ਜਾਂਦੀਆਂ ਨੇ ਮੈਕਸੀਕੋ, ਡੌਂਕੀ ਆਪਾਂ ਖੇਡਦੇ ਪਏ ਹਾਂ ਜਿਹੜਾ, ਡਾਇਰੈਕਟ ਫਲਾਈਟਸ ਜਿਹੜੀਆਂ ਜਾਂਦੀਆਂ ਨੇ ਮੈਕਸੀਕੋ, ਫਿਰ ਮੈਕਸੀਕੋ ਤੋਂ ਬਾਰਡਰਸ ਕ੍ਰਾਸ ਕਰਦੇ ਨੇ ਕੁਝ। ਹਾਂ ਯੈਸ, ਪਿਛਲੇ ਸਾਲ ਤੋਂ ਤਕਰੀਬਨ ਇਹ ਆਪਰੇਸ਼ਨ ਸ਼ੁਰੂ ਹੋਇਆ ਹੈ। ਆਪਰੇਸ਼ਨ ਕਹਿ ਲਓ ਬਿਕਾਜ਼ ਬਹੁਤ ਸਾਰੇ ਜਿਹੜੇ ਬੱਚੇ ਆ ਇਸ ਪਾਸੇ ਨੂੰ ਜਾ ਰਹੇ ਨੇ। ਸੋ ਇੱਕ ਪ੍ਰਕਿਰਿਆ ਹੈ ਕਿ ਜਿਹਦੇ ਵਿੱਚ ਜਿੱਦਾਂ ਮੈਂ ਦੱਸਿਆ ਸੀਗਾ ਕਿ ਮੈਕਸੀਕੋ ਨੂੰ ਸਾਨੂੰ ਡਾਇਰੈਕਟ ਫਲਾਈਟਸ ਇੱਥੋਂ ਨਹੀਂ ਹੁੰਦੀਆਂ ਸੀ, ਬਟ ਅਗਰ ਤੁਹਾਡੇ ਕੋਲ ਯੂਰਪ ਦਾ ਵੀਜ਼ਾ ਹੋਵੇ, ਅਗਰ ਤੁਹਾਡੇ ਕੋਲ ਯੂਰਪੀਅਨ ਵੀਜ਼ਾ ਹੈ, UK ਦਾ ਵੀਜ਼ਾ ਹੈ, ਸੋ ਅਗਰ ਤੁਹਾਡੇ ਕੋਲ ਲਾਈਕ ਕਿਸੇ ਪਾਸੇ ਸੈਂਟਰ ਦੇ ਵਿੱਚੋਂ ਵੀਜ਼ਾ ਹੈਗਾ ਹੈ, ਸੋ ਫਿਰ ਤੁਹਾਨੂੰ ਅਗਲਾ ਪਾਸਾ ਜਿਹੜਾ ਆ ਉਹ ਵੀਜ਼ਾ ਦੇ ਦਿੰਦਾ ਹੈ। ਸੋ ਵੀਜ਼ਾ ਨਹੀਂ ਦੇ ਦਿੰਦਾ, ਸੌਰੀ ਐਂਟਰੀ ਦੇ ਦਿੰਦਾ। ਸੋ ਇਸ ਕਰਕੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ, ਬਹੁਤ ਸਾਰੇ ਜਿਹੜੇ ਯੰਗ ਮੁੰਡੇ ਆ, ਉਹ ਯੂਰਪ ਦੇ ਵੀਜ਼ਾਸ ਲਵਾਉਂਦੇ ਆ। ਸੋ ਯੂਰਪ ਦੇ ਵੀਜ਼ਾਸ ਅਗਰ ਤੁਹਾਡੇ ਕੋਲ ਹੈਗੇ ਆ ਤਾਂ ਦੈਨ ਤੁਹਾਡੀ ਡਾਇਰੈਕਟ ਫਲਾਈਟ ਵੀ ਹੋ ਸਕਦੀ ਹੈ। ਔਰ ਯੈਸ, ਕੁਝ ਲੋਕ ਇਹਦੇ ਵਿੱਚ ਵੀ ਆਪਰੇਟ ਕਰ ਰਹੇ ਨੇ ਕਿ ਜਿਹੜੇ ਡਾਇਰੈਕਟ ਫਲਾਈਟਸ ਆ ਸਟੂਡੈਂਟਸ ਦੀਆਂ ਜਾਂ ਡਾਇਰੈਕਟ ਫਲਾਈਟ ਆ ਨਵੇਂ ਕੈਂਡੀਡੇਟਸ ਦੀਆਂ, ਉਹ ਸਿਰਫ ਉਸ ਕੇਸ ਦੇ ਵਿੱਚ ਪੋਸੀਬਲ ਆ ਬਿਕਾਜ਼ ਹਰ ਇੱਕ ਚੀਜ਼ ਦਾ ਕਾਨੂੰਨ ਆ, ਕਾਇਦਾ ਆ। ਸੋ ਪਹਿਲਾਂ ਡਾਇਰੈਕਟ ਫਲਾਈਟਾਂ ਬੰਦ ਸੀ, ਰਾਤੋਂ ਰਾਤ ਕਿੱਦਾਂ ਖੁੱਲ੍ਹ ਗਈਆਂ ਬਿਕਾਜ਼ ਰਾਤੋਂ ਰਾਤ ਜਿਹੜਾ ਕਾਨੂੰਨ ਆ ਉਹਦਾ ਸਹਾਰਾ ਲਿਆ ਗਿਆ ਕਿ ਅਗਰ ਤੁਹਾਡੇ ਕੋਲ ਯੂਰਪ ਦਾ ਵੀਜ਼ਾ ਹੈਗਾ ਆ, ਤੁਹਾਨੂੰ ਅਗਲਾ ਜਿਹੜਾ ਐਂਟਰੀ ਮਿਲ ਸਕਦੀ ਹੈ। ਸੋ ਜਿਸ ਤਰੀਕੇ ਨਾਲ ਤੁਹਾਨੂੰ ਅਗਰ ਅਫਰੀਕਾ ਦਾ ਵੀਜ਼ਾ ਤੁਹਾਡੇ ਕੋਲ ਕਿਸੇ ਪਾਸੇ ਹੁੰਦਾ ਸੀ, ਤੁਹਾਨੂੰ ਯੂਰਪ ਐਂਟਰੀ ਨਹੀਂ ਦਿੰਦਾ ਸੀ, ਬਟ ਅਗਰ ਤੁਹਾਡੇ ਕੋਲ ਯੂਰਪ ਦਾ ਵੀਜ਼ਾ ਆ ਸੋ ਤੁਹਾਨੂੰ ਅਗਲੇ ਮੁਲਕ ਐਂਟਰੀ ਦੇ ਦਿੰਦੇ ਆ। ਓਕੇ, ਸੋ ਇਸ ਤਰੀਕੇ ਨਾਲ ਤੁਹਾਡੇ ਕੋਲ ਡਾਇਰੈਕਟ ਫਲਾਈਟਸ ਨੇ। ਸੋ ਜਿੰਨੇ ਵੀ ਐਪਲੀਕੈਂਟਸ ਆ ਉਹ ਡਾਇਰੈਕਟ ਪਹੁੰਚਦੇ ਨੇ, ਬਟ ਸਟਿਲ ਇਹਦੇ ਵਿੱਚ ਬਹੁਤ ਸਾਰੇ ਰਿਸਕ ਨੇ ਬਿਕਾਜ਼ ਤੁਸੀਂ ਕਿਹੜੇ ਮੁਲਕ ਤੋਂ ਚੜ੍ਹੇ ਹੋ, ਕਿਹੜੇ ਮੁਲਕ ਦਾ ਰੂਟ ਬਣਿਆ, ਕਿਹੜੇ ਮੁਲਕ ਨੇ ਤੁਹਾਨੂੰ ਜਗ੍ਹਾ ਮਿਲੀ, ਔਰ ਇਹ ਸਾਰਾ ਕੁਝ ਉੱਥੇ ਅਣਪਛਾਤਾ ਹੈ। ਔਰ ਤਕਰੀਬਨ ਸਟੂਡੈਂਟਸ ਕੋਲੋਂ, ਐਪਲੀਕੈਂਟਸ ਕੋਲੋਂ ਜਿੰਨੇ ਕੁ ਪੈਸੇ ਅੱਜ ਕੱਲ੍ਹ ਭਰਦੇ ਜਾਂਦੇ ਨੇ, ਸ਼ਾਇਦ ਹੀ ਇੰਨੇ ਪੈਸੇ ਪੂਰੀ ਉਮਰ ਦੇ ਵਿੱਚ ਬੱਚੇ ਕਮਾ ਸਕਣ ਬਿਕਾਜ਼ ਬਹੁਤ ਸਾਰੇ ਪੈਸੇ ਆਲਮੋਸਟ 2-3 ਗੁਣਾ ਦੀ ਕਾਸਟ ਕਰ ਦਿੱਤੀ ਗਈ ਹੈ। ਔਰ ਉਹਦੇ ਵਿੱਚ ਜਾਨਾਂ ਦਾ ਖੌਫ ਫਿਰ ਹੈਗਾ ਬਿਕਾਜ਼ ਤੁਸੀਂ ਬਿਲਕੁਲ ਇਹ ਸੇਫ ਲੈਂਡਿੰਗ ਨਹੀਂ ਹੈਗੀ ਕਿ ਤੁਸੀਂ ਲੈਂਡ ਕੀਤੇ ਤੁਹਾਡੇ ਲਈ ਟਰਾਲੀ ਆਈ ਤੇ ਯੈਸ ਤੁਸੀਂ ਆਰਾਮ ਨਾਲ ਉਤਰ ਕੇ ਤੁਸੀਂ ਲੌਬੀ ਦੇ ਵਿੱਚ ਆ ਗਏ, ਇਮੀਗ੍ਰੇਸ਼ਨ ਚੈੱਕ ਕਰਾਈ, ਬਿਕਾਜ਼ ਮਾਫੀਆ 'ਚ ਡਰ ਆ। ਜਿਹੜੇ ਲੋਕਲ ਟਰਾਂਸਪੋਰਟਰਸ ਨੇ, ਜਿਹੜੇ ਇੱਕ ਬੰਦੇ ਨੂੰ ਐਕਸਪੋਰਟ ਕਰਦੇ ਨੇ ਇਸ ਪਾਸੇ ਤੋਂ ਉਸ ਪਾਸੇ ਆ, ਸੋ ਉਹਨਾਂ ਦੀਆਂ ਛੋਟੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਬਿਕਾਜ਼ ਉਹਨਾਂ ਨੇ ਪਰ ਨਗ ਦੇ ਪੈਸੇ ਲੈਣੇ ਹੁੰਦੇ ਆ। ਪਿੱਛੋਂ ਕਿਸੇ ਨਗ ਦੇ ਪੈਸੇ ਆਏ ਨਹੀਂ ਆਏ ਉਹਨਾਂ ਨੂੰ ਮਤਲਬ ਨਹੀਂ ਹੁੰਦਾ। ਸੋ ਜਿਹਦੇ ਵੀ ਲਾਈਕ ਜਿਸ ਨੂੰ ਵੀ ਕਲੀਅਰ ਕਰਾਉਂਦੇ ਆ ਉਸ ਨਗ ਦੇ ਪੈਸੇ ਆਈ ਜਾਂਦੇ ਆ। ਔਰ ਬਹੁਤ ਸਾਰੇ ਏਜੰਟ ਤੁਸੀਂ ਵੇਖੋਗੇ ਇਸ ਨਵੇਂ ਪ੍ਰਕਿਰਿਆ ਦੇ ਵਿੱਚ ਤੁਹਾਡੇ ਕੋਲ ਪੁਰਾਣੇ ਪਾਸਪੋਰਟ ਦੀ ਵੀ ਡਿਮਾਂਡ ਕਰਦੇ ਆ। ਖੈਰ ਉਹ ਵੀ ਇੱਕ ਪ੍ਰਕਿਰਿਆ ਦਾ ਹਿੱਸਾ ਆ। ਸੋ ਇਹ ਸਾਰਾ ਕਹਿਣ ਨੂੰ ਇਸ ਤਰੀਕੇ ਦਾ ਹੈ ਕਿ ਡਾਇਰੈਕਟ ਫਲਾਈਟਾਂ ਨੇ, ਬਟ ਸਟਿਲ ਇਹ ਬਹੁਤ ਖਤਰਨਾਕ ਆ, ਬਹੁਤ ਡੇਂਜਰਸ ਆ, ਔਰ ਇਹਨੂੰ ਕਦੀ ਵੀ ਇੰਡੋਰਸ ਨਹੀਂ ਕੀਤਾ ਜਾ ਸਕਦਾ। ਔਰ ਜਦੋਂ ਬਾਬਾ ਸਿੱਧੇ ਹੱਥ ਨਾਲ ਤੁਹਾਨੂੰ ਕੋਈ ਚੀਜ਼ ਦਿੰਦਾ, ਸਾਨੂੰ ਪੁੱਠਾ ਕਰਨਾ ਨਹੀਂ ਚਾਹੀਦਾ। ਜਦੋਂ ਸਿੱਧੇ ਤਰੀਕੇ ਨਾਲ ਤੁਹਾਨੂੰ ਵੀਜ਼ਾਸ ਮਿਲਦੇ ਨੇ, ਐਮਬੈਸੀਆਂ ਖੁੱਲੀਆਂ ਨੇ, ਐਮਬੈਸੀਆਂ ਦੀ ਰਫ਼ਤਾਰ ਲਗਾਤਾਰ ਜ਼ਿਆਦੀ ਹੈ। ਐਮਬੈਸੀਜ਼ ਨੇ ਜਿਹੜਾ ਵੀਜ਼ਾਸ ਦੇਣੇ, ਵੀਜ਼ਾਸ ਲੈਣੇ, ਐਪਲੀਕੇਸ਼ਨ ਲੈਣੀਆਂ ਉਹ ਬੰਦ ਨਹੀਂ ਕੀਤੀਆਂ। ਕੈਨੇਡਾ ਐਮਬੈਸੀ ਨੇ ਪੈਂਡੈਮਿਕ ਦੇ ਦੌਰਾਨ ਹੁਣ ਤੱਕ 20 ਲੱਖ ਐਪਲੀਕੇਸ਼ਨਸ ਹਾਲੇ ਵੀ ਪੈਂਡਿੰਗ ਨੇ ਉਹਨਾਂ ਦੀਆਂ। ਸੋ ਉਹਨਾਂ ਨੇ ਵੀਜ਼ਾ ਦੇਣੇ ਤਾਂ ਹੀ ਐਪਲੀਕੇਸ਼ਨਸ ਲੈ ਰਹੇ ਆ। ਸੋ ਕਿਤੇ ਜੀ ਲੋਨ ਨੂੰ ਥੋੜੀ ਵੀ ਅਸੀਂ ਉਦਾਂ ਹੀ ਐਪਲੀਕੇਸ਼ਨ ਲਈ ਜਾਈਏ। ਸੋ US ਨੇ ਆਪਣੀਆਂ ਜਿਹੜੀਆਂ ਹਾਲੇ ਤੱਕ ਟੂਰਿਜ਼ਮ ਦੀਆਂ ਐਪਲੀਕੇਸ਼ਨਸ ਨਹੀਂ ਖੋਲੀਆਂ, ਬਟ ਆਬਵੀਅਸਲੀ ਜਿਸ ਦਿਨ ਖੁੱਲਣਗੇ ਉਹਨਾਂ ਰਾਤੋਂ ਰਾਤ ਐਪਲੀਕੇਸ਼ਨਸ ਲੈ ਕੇ ਰਾਤੋਂ ਰਾਤ ਉਹਨਾਂ ਨੂੰ ਪ੍ਰੋਸੈਸ ਕਰਨਾ ਹੈ। ਸ਼ੋਰ। ਸੋ ਇਸ ਟਾਈਮ ਜਿਹੜੀਆਂ ਡ੍ਰੌਪਬਾਕਸ ਐਪਲੀਕੇਸ਼ਨਸ ਆ ਉਹਨਾਂ ਦਾ ਜਿਹੜਾ ਲੋਡ ਉਹ ਚੱਲ ਰਿਹਾ ਆ, ਇਮੀਗ੍ਰੈਂਟਸ ਦੀਆਂ ਐਪਲੀਕੇਸ਼ਨਸ ਉਹ ਚੱਲ ਰਹੀਆਂ। ਸੋ ਇਸੇ ਤਰੀਕੇ ਨਾਲ ਜਿਹੜੀਆਂ ਸਟੂਡੈਂਟਸ ਦੀਆਂ ਐਪਲੀਕੇਸ਼ਨਸ ਨੇ ਉਹ ਚੱਲ ਰਹੀਆਂ। ਸੋ ਅੰਬੈਸੀ ਹੌਲੀ ਹੌਲੀ ਆਪਣੀ ਰਫ਼ਤਾਰ ਫੜਦੀ ਜਾ ਰਹੀ ਹੈ। ਔਰ ਜਿੰਨਾ ਵੀ ਹੋ ਸਕੇ ਅੰਬੈਸੀ ਦੇ ਰਸਤੇ ਤੇ ਚੱਲੋ, ਔਰ ਜਿਹੜੇ ਪੁੱਠੇ ਕੰਮ ਨੇ ਉਹ ਪੁੱਠੇ ਹੀ ਕੰਮ ਨੇ, ਉਹਨਾਂ ਤੋਂ ਜਿੰਨਾ ਬਚ ਹੁੰਦਾ ਬਚ ਸਕਦੇ। ਬਿਲਕੁਲ, ਸਾਡੇ ਬਜ਼ੁਰਗ ਵੀ ਕਹਿੰਦੇ ਨੇ ਕਿ ਰਸਤਾ ਹਮੇਸ਼ਾ ਸਿੱਧਾ ਲਵੋ, ਜਿੰਨਾ ਮਰਜ਼ੀ ਲੰਮਾ ਹੋਵੇ, ਜਿੰਨਾ ਮਰਜ਼ੀ ਵਕਤ ਲੱਗੇ, ਪਰ ਰਸਤਾ ਸਿੱਧਾ ਲੈਣਾ, ਕਿਉਂਕਿ ਜਿਹੜਾ ਟੇਢੇ ਮੇਢੇ ਰਸਤੇ ਨੇ ਨਾ ਤੁਸੀਂ ਉਲਝ ਜਾਓਗੇ। ਸ਼ਾਰਟਕਟ ਹਮੇਸ਼ਾ ਡੇਂਜਰਸ ਹੁੰਦਾ। ਬਿਲਕੁਲ ਜੀ, ਇਹ ਨਹੀਂ ਲੈਣਾ ਚਾਹੀਦਾ। ਅਸੀਂ ਆਪਣੇ ਦਰਸ਼ਕਾਂ ਨਾਲ ਇਹ ਸਾਰਾ ਜੋ ਗੇਮ ਖੇਡਦੇ ਪਏ ਹਾਂ ਡੌਂਕੀ, ਸੋ ਇਸ ਚੀਜ਼ ਨੂੰ ਕਲੀਅਰ ਕਰਨ ਵਾਸਤੇ ਖੇਡਦੇ ਪਏ ਹਾਂ ਕਿ ਇਸ ਰਸਤੇ ਤੇ ਕਦੀ ਨਹੀਂ ਜਾਣਾ। ਜਦੋਂ ਸਿੱਧਾ ਰਸਤਾ ਸਾਡੇ ਕੋਲ ਹੈ, ਲੀਗਲ ਵੇਜ਼ ਹੈਗੇ ਨੇ, ਤੁਸੀਂ ਅਪਲਾਈ ਕਰ ਸਕਦੇ, ਤੁਹਾਨੂੰ ਵੀਜ਼ਾ ਮਿਲ ਸਕਦਾ। ਸੋ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਹਮੇਸ਼ਾ ਸਿੱਧੇ ਰਸਤੇ ਬਾਰੇ ਹੀ ਦੱਸਦੇ ਹਾਂ।
ਔਰ ਨਾਲ ਦੀ ਨਾਲ ਕਹਿੰਦੇ ਨੇ ਕਿ ਤੁਹਾਨੂੰ ਉਹ ਵੀ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਜੋ ਗਲਤ ਗੱਲਾਂ ਵੀ ਚੱਲ ਰਹੀਆਂ ਨੇ, ਤਾਂ ਕਿ ਕੋਈ ਤੁਹਾਨੂੰ ਧੋਖਾ ਦੇਣ ਵਾਸਤੇ ਤਿਆਰ ਨਾ ਹੋ ਜਾਵੇ। ਤੁਸੀਂ ਧੋਖੇ 'ਚ ਨਾ ਆ ਜਾਓ, ਤੁਸੀਂ ਧੋਖੇ ਜਾ ਕੇ ਕਿਤੇ ਸ਼ਾਰਟਕਟ ਨਾ ਅਪਣਾ ਕੇ ਬੈਠ ਜਾਓ। ਇਸ ਕਰਕੇ ਇਹ ਡੋਂਕੀ ਤੁਹਾਡੇ ਨਾਲ ਅਸੀਂ ਕਲੀਅਰ ਕਰਦੇ ਪਏ ਹਾਂ। ਸੋ ਇਹ ਤਾਂ ਸਾਰਾ ਹੋ ਗਿਆ, ਤੁਸੀਂ ਸਾਨੂੰ ਪ੍ਰੋਸੈਸ ਦੱਸਿਆ। ਦੂਜੀ ਗੱਲ ਇਹ ਵੀ ਹੈ ਕਿ ਮੰਨ ਲਓ ਕੋਈ ਬੰਦਾ ਪਹੁੰਚ ਜਾਂਦਾ, ਕਿਸੇ ਦੂਸਰੇ ਮੁਲਕ ਵੀ ਪਹੁੰਚ ਜਾਂਦਾ ਔਰ ਉਹਨੂੰ ਬੇਲ ਆਊਟ ਵੀ ਹੋ ਜਾਂਦਾ, ਉਹ ਪੈਕੇਜ ਵੀ ਹੋ ਗਿਆ, ਸਭ ਕੁਝ ਹੋ ਗਿਆ, ਉਸ ਤੋਂ ਬਾਅਦ ਉਹਨੂੰ ਜ਼ਰੂਰੀ ਤਾਂ ਨਹੀਂ ਕਿ ਕੰਮ ਮਿਲ ਜਾਏਗਾ, ਉਹ ਡਿਪੋਰਟ ਵੀ ਤਾਂ ਕੀਤਾ ਜਾ ਸਕਦਾ। ਨਹੀਂ, ਯੂਐਸ ਦੇ ਵਿੱਚ ਤਕਰੀਬਨ ਇਸ ਤਰੀਕੇ ਨਾਲ ਨਹੀਂ ਹੈਗਾ। ਯੂਐਸ ਦੇ ਵਿੱਚ ਕੀ ਹੈ ਕਿ ਲਾਅਫੁਲੀ ਅਗਰ ਤੁਸੀਂ ਅਸਾਈਲਮ ਲੈਂਦੇ ਹੋ, ਤੁਸੀਂ ਪੋਲੀਟੀਕਲ ਸਟੇ ਪਾਉਂਦੇ ਹੋ, ਤੇ ਉਹ ਉਹੀ ਚੀਜ਼ਾਂ ਬਾਰ-ਬਾਰ ਕਹਿ ਰਹੇ ਕਿ ਲਿਓਰ ਕਰਦੀਆਂ ਨੇ ਸਭ ਨੂੰ, ਲਿਓਰ ਕਰਦੀਆਂ। ਸੋ ਯੂਐਸ ਦਾ ਲਾਅ ਇਸ ਤਰੀਕੇ ਨਾਲ ਹੈ ਕਿ ਤੁਸੀਂ ਉੱਥੇ ਜਾ ਕੇ ਤੁਸੀਂ ਕਹਿ ਦਿਓ ਕਿ ਮਤਲਬ ਜਿਹੜੇ ਪਟੀਸ਼ਨ ਪਾਉਂਦੇ ਨੇ ਉਹ ਕਹਿ ਦਿੰਦੇ ਨੇ ਕਿ ਮੈਨੂੰ ਉੱਥੇ ਆਪਣੇ ਮੁਲਕ ਖਤਰਾ ਹੈ, ਮੈਂ ਕਿਸੇ ਨਾ ਕਿਸੇ ਵਾਪਸ ਜਾ ਕੇ ਜੋਖਮ ਨਹੀਂ ਲੈਣਾ ਚਾਹੁੰਦਾ, ਤੇ ਤੁਹਾਨੂੰ ਅਸਾਈਲਮ ਦੇ ਦਿੰਦੇ ਨੇ, ਤੁਹਾਨੂੰ ਪੋਲੀਟੀਕਲ ਸਟੇ ਦਿੰਦੇ ਨੇ। ਉਹਦੇ ਨਾਲ ਕੇਸ ਦੇ ਉੱਪਰ ਡਿਪੈਂਡ ਕਰਦਾ ਕਿ ਤੁਹਾਡਾ 10 ਸਾਲ ਕੇਸ ਚੱਲਦਾ, 20 ਸਾਲ ਕੇਸ ਚੱਲਦਾ, ਬਟ ਗਵਰਨਮੈਂਟ ਤੁਹਾਨੂੰ 3-4 ਮਹੀਨੇ ਦੇ ਵਿੱਚ ਵਰਕ ਪਰਮਿਟ ਦੇ ਦਿੰਦੀ ਹੈ। ਸੋ ਵਰਕ ਪਰਮਿਟ, ਹੁਣ ਇਹ ਸੁਣਨ ਨੂੰ ਵਰਕ ਪਰਮਿਟ ਲੱਗਦਾ, ਬੇਸਿਕਲੀ ਵਰਕ ਪਰਮਿਟ ਨਹੀਂ ਹੁੰਦਾ। ਸੋ ਇਹਦੇ ਉੱਪਰ ਤੈਨੂੰ ਕੰਮ ਕਰਨ ਦੀ ਪਰਮਿਸ਼ਨ ਹੈਗੀ ਹੈ। ਸੋ ਤੁਸੀਂ ਲੀਗਲੀ ਕੰਮ ਕਰ ਸਕਦੇ ਹੋ, ਘਰ-ਬਾਰ ਲੈ ਸਕਦੇ ਹੋ, ਬਟ ਅਲਟੀਮੇਟਲੀ ਇਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਉੱਥੇ, ਜਿੱਦਾਂ ਪੁਰਾਣੇ ਜ਼ਮਾਨੇ 'ਚ ਰਾਜਿਆਂ ਦੇ ਸਿਆਸੀ ਪਨਾਹਗਾਰ ਹੁੰਦੇ ਸੀ ਕਿ ਤੁਸੀਂ ਇੱਕ ਰਾਜ ਤੋਂ ਤੁਹਾਨੂੰ ਗੋਲੀ ਵੱਜਣ ਲੱਗੀ, ਤੁਸੀਂ ਦੂਜੇ ਰਾਜ ਦੀ ਸੀਮਾ ਟੱਪ ਲਈ, ਦੂਸਰੇ ਰਾਜ ਦੇ ਵਿੱਚ ਪਹੁੰਚ ਕੇ ਦਿਨ ਰਾਜਾ ਖੜਾ ਹੋ ਜਾਂਦਾ ਕਿ ਨਹੀਂ ਜੀ ਇਹਨੂੰ ਇਸਕੋ ਤਾਂ ਹਮ ਬਚਾਏਂਗੇ। ਸੋ ਇੱਥੇ ਤਕਰੀਬਨ ਉਸੇ ਭੂਮਿਕਾ ਦੇ ਵਿੱਚ ਅਮਰੀਕਾ ਆ ਜਾਂਦਾ ਕਿ ਅਗਰ ਕਿਸੇ ਪਾਸੇ ਕਿਸੇ ਕਿਸਮ ਦਾ ਖਤਰਾ ਹੈ ਤਾਂ ਯੈਸ ਅਸੀਂ ਬੰਦੇ ਨੂੰ ਸੇਵ ਕਰਾਂਗੇ। ਔਰ ਉਸ ਅਸਾਈਲਮ ਸੀਕਰ ਨੂੰ ਬਿਕੋਜ਼ ਗਵਰਨਮੈਂਟ ਫੀਡ ਨਹੀਂ ਕਰਦੀ, ਗਵਰਨਮੈਂਟ ਖਾਣਾ ਨਹੀਂ ਖਵਾਉਂਦੀ, ਗਵਰਨਮੈਂਟ ਉਹਦੇ ਲਈ ਸੁੱਖ ਸੁਵਿਧਾ ਦਾ ਇੰਤਜ਼ਾਮ ਨਹੀਂ ਕਰਦੀ, ਸੋ ਉਹਨੂੰ ਅਲਾਓ ਕਰ ਦਿੱਤਾ ਜਾਂਦਾ ਕਿ ਕਾਕਾ ਜੀ ਆਪਣਾ ਵੀ ਢਿੱਡ ਭਰੋ, ਨਾਲ ਸਾਡਾ ਵੀ ਭਰੋ। ਸੋ ਗੋ ਐਂਡ ਵਰਕ, ਔਰ ਨਾਲ ਦੀ ਨਾਲ ਟੈਕਸਸ ਕਮਾਉਣੇ ਸ਼ੁਰੂ ਕਰੋ ਸਾਡੇ ਲਈ। ਓਕੇ, ਸੋ ਤੁਸੀਂ ਉੱਥੇ ਰਹਿ ਕੇ ਕੰਮਕਾਰ ਕਰਨਾ ਸ਼ੁਰੂ ਕਰ ਦਿੰਦੇ ਹੋ, ਤੁਸੀਂ ਗਵਰਨਮੈਂਟ ਨੂੰ ਟੈਕਸ ਦੇਣਾ ਸ਼ੁਰੂ ਕਰ ਦਿੰਦੇ ਹੋ, ਔਰ ਪ੍ਰੋਸੈਸ ਜਿੰਨੀ ਦੇਰ ਮਰਜ਼ੀ ਚੱਲੀ ਜਾਵੇ, ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ। ਲੀਗੈਲਿਟੀ ਦੇ ਵਿੱਚ ਔਨ ਦਾ ਸ਼ੋਰ ਤੁਸੀਂ ਅਮਰੀਕਾ ਦੇ ਵਿੱਚ ਬਹਿ ਕੇ ਜੋ ਮੇਰੀ ਭਾਸ਼ਾ ਆ ਉਹ ਵੱਖਰੀ ਹੋ ਸਕਦੀ ਹੈ, ਬਟ ਅਗਰ ਲੇਮੈਨ ਦੀ ਗੱਲ ਕਰੀਏ ਤਾਂ ਉਹਦੇ ਲਈ ਬਿਲਕੁਲ ਇਸੇ ਤਰੀਕੇ ਨਾਲ ਹੀ ਹੈ ਕਿ ਤੁਸੀਂ ਅਮਰੀਕਾ ਜਦ ਤੱਕ ਰਹਿਣਾ ਚਾਹੋ ਲੈ ਸਕਦੇ ਹੋ। ਇਹੀ ਇੱਕ ਚੀਜ਼ ਆ ਜਿਹੜੀ ਯੂਐਸ ਦੇ ਵਿੱਚ ਜ਼ਿਆਦਾ ਲਿਓਰ ਕਰਦੀ ਹੈ ਲੋਕਾਂ ਨੂੰ ਆਉਣ ਜਾਣ ਨੂੰ, ਔਰ ਇਹੀ ਇੱਕ ਕਾਰਨ ਬਣਦਾ ਹੈ ਕਿ ਲੋਕ ਸੋਚਦੇ ਨੇ ਕਿ ਇੱਕ ਵਾਰੀ ਅਲਟੀਮੇਟਲੀ ਉੱਥੇ ਪਹੁੰਚ ਗਏ। ਔਰ ਇਹ ਇਕਲੌਤਾ ਮੁਲਕ ਹੈ ਜਿੱਥੇ ਤੁਸੀਂ ਅੱਜ ਬੱਚਾ ਪੈਦਾ ਹੁੰਦਾ ਹੈ, ਬੱਚਾ ਅਮਰੀਕਾ ਦਾ ਆ, ਬਿਕੋਜ਼ 100% ਲੋਕ ਮਾਈਗ੍ਰੈਂਟਸ ਨੇ, 100% ਲੋਕ ਬਾਹਰੋਂ ਆ ਕੇ ਵਸੇ ਨੇ। ਸੋ ਇਕਲੌਤਾ ਜਿਹੜਾ ਬੱਚਾ ਅੱਜ ਇੱਥੇ ਜੰਮਿਆ ਉਹ ਅਮਰੀਕਾ ਦਾ ਆ, ਉਹਨੂੰ ਇਹ ਨਹੀਂ ਵੇਖਿਆ ਇਹਨਾਂ ਦੇ ਪੇਰੈਂਟਸ ਕੀ ਨੇ, ਕ੍ਰਿਮੀਨਲਸ ਨੇ, ਚੋਰ ਨੇ, ਸਾਧ ਨੇ। ਸੋ ਇਹ ਬੱਚਾ ਅੱਜ ਇੱਥੇ ਪੈਦਾ ਹੋਇਆ, ਇਹਨੂੰ ਅੱਜ ਦੇ ਅੱਜ ਅਮਰੀਕਨ ਪਾਸਪੋਰਟ ਮਿਲ ਜਾਏਗਾ। ਮਤਲਬ ਜਿਹੜਾ ਉਹ ਬੰਦਾ ਇਦਾਂ ਡੋਂਕੀ ਖੇਡ ਕੇ ਪਹੁੰਚਿਆ ਵੀ ਹੈ, ਜੇ ਉੱਥੇ ਉਹ ਮੈਰਿਜ ਕਰ ਲੈਂਦਾ, ਉਹਦਾ ਬੱਚਾ ਜਿਹੜਾ ਹੋਏਗਾ ਉਹ ਅਮਰੀਕਾ ਦਾ ਬੱਚਾ। ਯੈਸ, ਉਹ ਅਮਰੀਕਾ ਦਾ ਬੱਚਾ ਹੈ। ਔਰ ਬੱਚੇ ਵੱਡੇ ਹੋ ਜਾਂਦੇ ਨੇ ਜਦੋਂ ਉਹਨਾਂ ਦੇ ਲੀਗਲ ਰਾਈਟਸ ਆ ਜਾਂਦੇ ਨੇ, ਬਿਕੋਜ਼ ਉਹ ਸਿਟੀਜ਼ਨ ਨੇ। ਸਿਟੀਜ਼ਨ ਦੇ ਲੀਗਲ ਰਾਈਟਸ ਨੇ, ਉਹ ਆਪਣੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਮਾਂ ਪਿਓ ਨੂੰ, ਸਭ ਨੂੰ ਇੱਥੇ ਸੱਦ ਸਕਦਾ ਹੈ, ਜਿਹਨੂੰ ਤੁਸੀਂ ਪਟੀਸ਼ਨਸ ਕਹਿੰਦੇ ਹੋ, ਇਮੀਗ੍ਰੇਸ਼ਨ ਕੇਸਿਸ ਕਹਿੰਦੇ ਹੋ। ਇਸ ਕਰਕੇ ਲੋਕਾਂ ਨੂੰ ਜ਼ਿਆਦਾ ਅਟਰੈਕਸ਼ਨ ਰਹਿੰਦੀ ਹੈ ਕਿ ਕਿਸੇ ਵੀ ਤਰੀਕੇ ਨਾਲ ਅਸੀਂ ਯੂਐਸ ਪਹੁੰਚ ਜਾਈਏ, ਫਿਰ ਬਾਕੀ ਤਾਂ ਆਪਣੇ ਆਪ ਸੰਭਲ ਹੀ ਜਾਊਗਾ, ਲੀਗਲ ਔਰ ਇਲੀਗਲ ਕਰਕੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸੈਟਲਮੈਂਟ ਕਰ ਲਵਾਂਗੇ। ਐਗਜ਼ੈਕਟਲੀ। ਸੋ ਇਹ ਇੱਕ ਪੁਆਇੰਟ ਇਹਦੇ 'ਚ ਆਉਂਦਾ ਕਿ ਆਪਾਂ ਇੱਕ ਥੋੜੀ ਵੱਡੀ ਗੇਮ ਦੀ ਗੱਲ ਕਰਦੇ ਹਾਂ। ਜਿਹੜੇ ਲੋਕ ਇੱਥੋਂ ਵੱਡੇ ਬਿਜ਼ਨਸਮੈਨ ਲੋਕ ਇੰਡੀਆ ਦੇ ਵਿੱਚੋਂ ਗਵਰਨਮੈਂਟ ਦੇ ਨਾਲ ਫਰਾਡ ਕਰਕੇ, ਬੈਂਕਸ ਦੇ ਪੈਸੇ ਨਾਲ ਫਰਾਡ ਕਰਕੇ ਬਾਹਰ ਦੇ ਮੁਲਕਾਂ 'ਚ ਜਾ ਕੇ ਬਹਿ ਜਾਂਦੇ ਨੇ, ਔਰ ਅਜੇ ਤੱਕ ਵੀ ਉਹ ਗਵਰਨਮੈਂਟ ਉਹਨਾਂ ਨੂੰ ਕਹੀ ਜਾਂਦੀ, ਇੰਡੀਆ ਗਵਰਨਮੈਂਟ ਕਹਿੰਦੀ ਆ, ਇੰਡੀਆ ਦੀ ਗਵਰਨਮੈਂਟ ਉਹਨਾਂ ਨੂੰ ਵਾਪਸ ਬੁਲਾਉਣਾ ਚਾਹੁੰਦੀ ਆ, ਬਟ ਉੱਥੇ ਉਹ ਕੋਈ ਨਾ ਕੋਈ ਲੀਗਲ ਪ੍ਰੋਟੈਕਸ਼ਨ ਲੈ ਕੇ, ਉੱਥੇ ਲਾਇਰਸ ਦੀ ਮਦਦ ਦੇ ਨਾਲ ਉਹ ਉੱਥੇ ਬਚ ਕੇ ਬੈਠੇ ਹੋਏ ਨੇ, ਔਰ ਉਹਨਾਂ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਕੋਈ ਹੱਥ ਨਹੀਂ ਪਾ ਸਕਦੀ। ਸੋ ਉਹ ਵੀ ਇਸੇ ਤਰ੍ਹਾਂ ਦੀਆਂ ਹੀ ਸਾਰੀਆਂ ਬੇਸਿਕਲੀ ਉਹ ਕੀ ਕਰਦੇ ਨੇ ਕਿ ਯੈਸ ਤੁਸੀਂ ਵਨਸ ਯੂ ਆਰ ਦੇਅਰ, ਤੁਹਾਡੇ ਕੋਲ ਸਾਰੇ ਰਾਈਟਸ ਨੇ ਜੋ ਤੁਸੀਂ ਅਪਲਾਈ ਕਰਨ ਦੇ ਆ। ਸੋ ਅਲਟੀਮੇਟਲੀ ਕਿਸੇ ਵੀ ਗਵਰਨਮੈਂਟ ਨੇ ਅਗਰ ਕਿਸੇ ਨੂੰ ਆਪਣਾ ਕੋਈ ਗੁਨਾਹਗਾਰ ਬੁਲਾਉਣਾ ਹੋਵੇ, ਉਹਦੇ ਲਈ ਤੁਹਾਡੇ ਦੋਨਾਂ ਕੰਟਰੀਜ਼ ਵਿੱਚ ਇਹ ਆਪਸੀ ਐਗਰੀਮੈਂਟ ਹੁੰਦਾ ਹੈ। ਸੋ ਤੁਸੀਂ ਵੇਖਿਆ ਬਹੁਤ ਵਾਰੀ ਬਾਹਰੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਕੋਈ ਵਿਦੇਸ਼ ਮੰਤਰੀ ਆਉਂਦਾ ਹੈ, ਕੋਈ ਮੰਤਰੀ ਆਉਂਦਾ ਹੈ, ਕੋਈ ਪ੍ਰਧਾਨ ਮੰਤਰੀ ਆਉਂਦਾ, ਕੋਈ ਰਾਸ਼ਟਰਪਤੀ ਆਉਂਦਾ। ਸੋ ਜਦੋਂ ਵੀ ਉਹਦੇ ਨਾਲ ਬਹੁਤ ਸਾਰਾ ਅਮਲਾ ਆਉਂਦਾ ਹੈ, ਬਹੁਤ ਸਾਰੇ ਫਾਈਲਾਂ 'ਤੇ ਸਾਈਨ ਹੁੰਦੇ ਨੇ। ਉਹ ਬੇਸਿਕਲੀ ਕੀ ਆ ਕਿ ਉਹ ਦੋ ਤਰਫਾ ਐਗਰੀਮੈਂਟਸ ਹੁੰਦੇ ਨੇ ਕਿ ਅਗਰ ਤੁਸੀਂ ਸਾਡੇ ਲਈ ਆਹ ਕਰੋਗੇ, ਅਸੀਂ ਤੁਹਾਡੇ ਲਈ ਆਹ ਕਰਾਂਗੇ। ਸੋ ਉਹਦੇ 'ਚ ਕੋਈ ਕਿਸੇ ਮੁਲਕ ਦਾ ਰੁਤਬਾ ਕੰਮ ਨਹੀਂ ਹੁੰਦਾ ਕਿ ਤੁਹਾਡਾ ਰੁਤਬਾ ਜ਼ਿਆਦਾ ਵੱਡਾ ਹੈ, ਤੁਸੀਂ ਵੱਡੇ ਮੁਲਕ ਹੋ ਤਾਂ ਅਸੀਂ ਜ਼ਿਆਦਾ ਸ਼ਰਤਾਂ ਮੰਨ ਲਈਏ, ਇੱਦਾਂ ਦਾ ਕੁਝ ਨਹੀਂ ਹੈ। ਮਿਊਚੁਅਲ ਬੈਨੀਫਿਟ। ਸੋ ਇੱਕ ਬਾਇਲੇਟਰਲ ਟਰੀਟੀ ਹੈ, ਬੇਸਿਕਲੀ ਬਾਇਲੇਟਰਲ ਐਗਰੀਮੈਂਟ ਹੈ ਕਿ ਜਿਹੜੀਆਂ ਦੋਨੋਂ, ਜਿੱਦਾਂ ਹੁਣ ਅਮਰੀਕਾ ਨੂੰ ਅਸੀਂ 10 ਸਾਲ ਦਾ ਵੀਜ਼ਾ ਦਿੰਦੇ, ਅਮਰੀਕਾ ਸਾਨੂੰ 10 ਸਾਲ ਦਾ ਵੀਜ਼ਾ ਦਿੰਦਾ ਆ। ਸੋ ਇਸੇ ਤਰੀਕੇ ਨਾਲ ਜਿਹੜੀਆਂ ਫੀਸਾਂ ਨੇ, ਫੀਸਾਂ ਅਸੀਂ ਤੈਅ ਕਰ ਲੈਂਦੇ ਕਿ ਇੰਨੀ ਕੁ ਫੀਸ ਅਸੀਂ ਲਵਾਂਗੇ, ਇੰਨੀ ਫੀਸ ਤੁਸੀਂ ਲਓਗੇ। ਸੋ ਹਰ ਇੱਕ ਚੀਜ਼ ਤੈਅ ਕੀਤੀ ਜਾਂਦੀ ਹੈ। ਸੋ ਅਗਰ ਤੁਹਾਡੀ ਕਿਸੇ ਵੀ ਨਾਲ ਕਿਸੇ ਨੂੰ ਵਾਪਸ ਬੁਲਾਉਣ ਦੀ ਟਰੀਟੀ ਹੋਈ ਪਈ ਆ,
ਤਾਂ ਯੈਸ ਉਹ ਕੰਟਰੀ ਤੁਹਾਨੂੰ ਆਪਣੀ ਪ੍ਰਕਿਰਿਆ ਪੂਰੀ ਕਰਕੇ ਤੁਹਾਨੂੰ ਬੰਦੇ ਸੌਂਪ ਦਿੰਦੇ ਆ, ਬਟ ਅੱਗੇ ਜਿਹੜਾ ਮੁਲਕਾਂ ਨਾਲ ਤੁਹਾਡਾ ਇਦਾਂ ਦਾ ਐਗਰੀਮੈਂਟ ਹੈ ਹੀ ਨਹੀਂ ਆ, ਸੋ ਤੁਸੀਂ ਉੱਥੋਂ ਕਿਸੇ ਨੂੰ ਬੁਲਾ ਵੀ ਨਹੀਂ ਸਕਦੇ। ਓਕੇ। ਸੋ ਇਸੇ ਕਰਕੇ ਜੋ ਅਨਵਾਂਟਡ ਬੰਦੇ ਨੇ, ਜਿਹੜੇ ਤੁਸੀਂ ਕਹਿ ਰਹੇ ਕਿ ਜਿਹੜੇ ਇੰਡੀਆ ਦੇ ਵਾਂਟਡ ਬੰਦੇ ਨੇ, ਉਹ ਕਿਸੇ ਵੀ ਮੁਲਕ ਵਿੱਚ ਜਾ ਕੇ ਉੱਥੇ ਸਿਆਸੀ ਪਨਾਹਕਾਰ ਹੋ ਜਾਂਦੇ ਨੇ, ਉੱਥੋਂ ਦੀ ਸਿਆਸਤ ਉੱਥੋਂ ਦੀ ਪੋਲੀਟੀਕਲ ਸਟੇ ਲੈ ਲੈਂਦੇ ਨੇ, ਔਰ ਵਨਸ ਯੂ ਆਰ ਪੋਲੀਟੀਕਲ ਸਟੇ ਦੇ ਉੱਪਰ ਤੁਸੀਂ ਹੈਗੇ ਹੋ, ਤੁਹਾਨੂੰ ਫਿਰ ਆਪਣੇ ਮੁਲਕ ਦੇ ਵਿੱਚ ਉੱਥੇ ਰਹਿਣ ਦੀ ਆਜ਼ਾਦੀ ਹੈਗੀ ਆ। ਔਰ ਇਹਦਾ ਇੱਕ ਨੈਗੇਟਿਵ ਪਹਿਲੂ ਵੀ ਆ ਕਿ ਬਹੁਤ ਸਾਰੇ ਬੰਦੇ ਜਿਹੜੇ ਇਸ ਕਾਨੂੰਨ ਦੇ ਰਾਹੀਂ ਪੱਕੇ ਹੁੰਦੇ ਆ, ਉੱਥੋਂ ਦੀ ਸਰਕਾਰ ਮੁੜ ਕੇ ਉਹਨਾਂ ਨੂੰ ਆਪਣੇ ਮੁਲਕ ਪੱਕੇ ਹੋਣ ਤੋਂ ਬਾਅਦ ਵੀ ਨਹੀਂ ਮੁੜਨ ਦਿੰਦੀ, ਕਿਉਂਕਿ ਬੰਦਾ ਕਹਿੰਦਾ ਜੀ ਮੈਂ ਅਮਰੀਕਾ ਦਾ ਸਿਟੀਜ਼ਨ ਤੇ ਹੋ ਗਿਆ, ਤੇ ਹੁਣ ਮੇਰੀ ਮਾਂ ਰਹਿੰਦੀ ਆ ਅਮਰੀਕਾ ਤੋਂ ਇੰਡੀਆ ਰਹਿੰਦੀ ਆ, ਤੇ ਮੈਂ ਆਪਣੀ ਮਾਤਾ ਨੂੰ ਮਿਲਾਂ ਵਾਂ। ਫਿਰ ਉਹ ਗਵਰਨਮੈਂਟ ਜਵਾਬ ਦਿੰਦੀ ਨਹੀਂ ਨਹੀਂ ਪੁੱਤਰ, ਉੱਥੇ ਤੇਰੀ ਜਾਨ ਨੂੰ ਖਤਰਾ ਹੈ, ਤੈਨੂੰ ਜਾਣ ਨਹੀਂ ਦੇਣਾ, ਬਿਕੋਜ਼ ਇਸੇ ਜਾਨ ਦੇ ਖਤਰੇ ਕਰਕੇ ਤੂੰ ਇੱਥੇ ਪੱਕਾ ਹੋਇਆ ਹੈ। ਮਤਲਬ ਉਹਨੂੰ ਕਦੇ ਵੀ ਅਲਾਉ ਨਹੀਂ ਕੀਤਾ ਜਾਏਗਾ ਇੰਡੀਆ ਯੈਸ, ਉਹ ਵਾਪਸ ਤੁਸੀਂ ਇੰਡੀਆ ਨਹੀਂ ਆ ਸਕਦੇ ਫਿਰ, ਮਤਲਬ ਮੋਟੀ ਕਹਾਣੀ ਇਹ ਹੈ, ਮਤਲਬ ਉੱਥੇ ਹੀ ਰਹੋਗੇ ਫਿਰ ਤੁਸੀਂ। ਯੈਸ। ਸੋ ਇਹ ਟੋਟਲ ਜਿਹੜਾ ਹੈ ਲੀਗਲ ਪ੍ਰੋਸੈਸ ਬਣ ਜਾਂਦਾ ਹੈ, ਔਰ ਇਹ ਸਾਰੀਆਂ ਗੇਮਸ ਚੱਲਦੀਆਂ ਰਹਿੰਦੀਆਂ ਨੇ। ਹਾਂ, ਤੁਹਾਡੇ ਕੋਲ ਪ੍ਰੋਵੀਜ਼ਨ ਹੈ, ਲਾਅ ਦੀਆਂ ਪ੍ਰੋਵੀਜ਼ਨਸ ਹੈ, ਬਿਕੋਜ਼ ਤੁਸੀਂ ਜੋ ਕੁਝ ਕੀਤਾ ਕਾਨੂੰਨ ਦੇ ਅੰਦਰ ਰਹਿ ਕੇ ਕੀਤਾ। ਅਗਰ ਲਾਅ ਪ੍ਰੋਵੀਜ਼ਨ ਦਿੰਦਾ ਤੇ ਯੈਸ ਤੁਸੀਂ ਉਹਦਾ ਯੂਜ਼ ਕੀਤਾ, ਮਿਸਯੂਜ਼ ਕੀਤਾ, ਵਟਐਵਰ ਯੂ ਕਾਲ ਇਟ, ਬਟ ਤੁਸੀਂ ਉਹਨੂੰ ਯੂਟਿਲਾਈਜ਼ ਤੇ ਕੀਤਾ, ਔਰ ਆਪਣੇ ਬੈਨੀਫਿਟ ਲਈ ਯੂਟਿਲਾਈਜ਼ ਕੀਤਾ। ਔਰ ਪਿੱਛੋਂ ਬੈਂਕਸ ਦਾ ਜੋ ਮਰਜ਼ੀ ਹਾਲ ਹੋਵੇ, ਬੈਂਕਸ ਦੇ ਵਿੱਚ ਜਿੰਨਾ ਲੋਕਾਂ ਦਾ ਪੈਸਾ ਹੈ ਇੰਡੀਆ ਦੇ ਵਿੱਚ, ਉਹਨਾਂ ਦਾ ਜੋ ਮਰਜ਼ੀ ਹਾਲ ਹੋਵੇ, ਮਤਲਬ ਯੂ ਆਰ ਇੰਜੋਇੰਗ देयर, ਤੁਸੀਂ ਉੱਥੇ ਪੋਲੀਟੀਕਲ ਸਟੇ ਲੈ ਕੇ। ਇਟ ਇਜ਼ ਮੋਰ ਪੋਲੀਟੀਕਲ ਬੇਸਿਕਲੀ, ਬਿਕੋਜ਼ ਇਹ ਹਰ ਬੈਂਕ ਦੀ ਆਪਣੀ ਡਿਲੀਜੈਂਸ ਹੈ, ਉਹ ਬੰਦੇ ਦੀ ਪਰਸਨਲ ਕੈਪੈਸਿਟੀ ਵੇਖ ਕੇ ਕਿਸੇ ਨੂੰ ਲੋਨਸ ਦਿੰਦੀ ਹੈ। ਸੋ ਮਤਲਬ ਉਹਨਾਂ ਨੇ ਵੀ ਕੁਝ ਆਪਣੇ ਲੈਵਲ ਤੇ ਕੋਈ ਗੜਬੜ ਕੀਤੀ ਹੋਏਗੀ, ਜਿਹੜਾ ਕਿ ਕੋਈ ਨਾ ਕੋਈ ਇੱਥੋਂ ਤੱਕ ਪਹੁੰਚਿਆ, ਇਹਨੇ ਮਲਟੀਪਲ ਬੈਂਕਸ ਨੂੰ ਲਾਈਕ ਕਿਸੇ ਨੇ ਚੀਟ ਕੀਤਾ ਤੇ ਫਿਰ ਬਾਹਰ ਨਿਕਲਿਆ। ਸੋ ਇਹ ਸਿਸਟਮ ਦੇ ਵਿੱਚ ਫਲॉज ਨੇ, ਫਲॉज ਦਾ ਕੋਈ ਨਾ ਕੋਈ ਫਾਇਦਾ ਚੱਕਣ ਵਾਲਾ ਬੰਦਾ ਹੁੰਦਾ, ਯੈਸ ਉਹ ਚੱਕ ਲੈਂਦੇ, ਹਰ ਬੰਦਾ ਸੈਟਲਮੈਂਟ ਕਰਕੇ ਚੱਲਦਾ। ਸੋ ਇਟਸ देयर। ਸੋ ਹੁਣ ਆਪਾਂ ਆਪਣੇ ਲੀਗਲ ਵੇ ਤੇ ਆਉਂਦੇ ਆ ਕਿ ਜਿਹੜੇ ਸਹੀ ਤਰੀਕੇ ਨੇ ਡੋਂਕੀ ਬੰਦ। ਜੀ ਸਿੱਧੀ ਗੱਲ ਕਰੀਏ ਕਿ ਹੁਣ ਯੂਐਸ ਦਾ ਕੀ ਅਪਡੇਟਸ ਨੇ ਇਸ ਵਕਤ? ਯੂਐਸ ਵਿੱਚ ਹਾਲੇ ਤੱਕ ਜਿਹੜੀਆਂ ਅਪਾਇੰਟਮੈਂਟਸ ਜਿਹੜੀਆਂ ਟੂਰਿਜ਼ਮ ਦੀਆਂ ਉਹ ਓਪਨ ਨਹੀਂ ਹੋਈਆਂ, ਔਰ ਉਹਨਾਂ ਦੀ ਸਟਿਲ ਵੇਟ ਹੈ, ਔਰ ਜਿਹੜੀਆਂ ਸਟੂਡੈਂਟਸ ਦੀਆਂ ਉਹ ਲਗਾਤਾਰ ਚਾਲੂ ਹੋ ਗਈਆਂ ਨੇ। ਮਿਡ ਦੇ ਵਿੱਚ ਹਾਲਾਂਕਿ ਇਸ ਟਾਈਮ ਜਿਹੜੀਆਂ ਅਪਾਇੰਟਮੈਂਟਸ ਦੀ ਗਿਣਤੀ ਬਹੁਤ ਘੱਟ ਆ। ਮਿਡ ਮੇ ਇਜ਼ ਗੋਨਾ ਬੀ ਟਾਈਮ ਕਿ ਜਿਹਦੇ ਵਿੱਚ ਮੈਕਸਿਮਮ ਜਿਹੜੀਆਂ ਸਟੂਡੈਂਟਸ ਨੂੰ ਅਪਾਇੰਟਮੈਂਟਸ ਮਿਲ ਜਾਣਗੀਆਂ। ਸੋ ਮਿਡ ਮੇ ਐਮਬੈਸੀ ਨੇ ਅਨਾਉਂਸ ਵੀ ਕੀਤਾ ਕਿ ਮਿਡ ਮੇ ਦੇ ਵਿੱਚ ਅਸੀਂ ਆਲਮੋਸਟ 2-4 ਦਿਨ ਬਾਅਦ ਜਾਂ ਇਸ ਵੀਕ ਦੇ ਵਿੱਚ ਤੁਸੀਂ ਵੇਖੋਗੇ ਅਪਾਇੰਟਮੈਂਟਸ ਕਾਫੀ ਸਟੂਡੈਂਟਸ ਨੂੰ ਮਿਲ ਜਾਣਗੀਆਂ। ਔਰ ਉਸ ਤੋਂ ਇਲਾਵਾ ਜਿਹੜੀਆਂ ਇਮੀਗ੍ਰੈਂਟਸ ਦੀਆਂ ਜਿਹੜੀਆਂ ਅਪਾਇੰਟਮੈਂਟਸ ਆ ਉਹ ਵੀ ਆਉਣੀਆਂ ਸ਼ੁਰੂ ਹੋਈਆਂ ਪਈਆਂ। ਸੋ ਵਿੱਚ ਲਾਈਕ ਕੈਟਾਗਰੀ ਵਾਈਜ਼ ਆ ਚੀਜ਼ਾਂ ਐਪਲੀਕੇਸ਼ਨਸ ਮੂਵ ਹੋ ਰਹੀਆਂ ਨੇ। ਯੂਐਸ ਆਪਣੀ ਰਫਤਾਰ ਵਧਾ ਰਿਹਾ, ਯੂਐਸ ਵਾਲੇ ਫੁੱਲ ਸਪੀਡ ਦੇ ਉੱਪਰ ਨਹੀਂ ਹੈਗਾ, ਔਰ ਜਿੱਦਾਂ ਕੈਨੇਡਾ ਆਪਣੀ ਫੁੱਲ ਸਵਿੰਗ ਦੇ ਉੱਪਰ ਆਲਮੋਸਟ ਆ ਗਿਆ। ਸੋ ਯੂਕੇ ਆਲਮੋਸਟ ਆਪਣੀ ਐਪਲੀਕੇਸ਼ਨ ਜਿਹੜੇ ਪ੍ਰੋਸੈਸ ਹੈ ਉਹ ਬਹੁਤ ਵਧੀਆ ਚੱਲ ਰਿਹਾ। ਯੂਕੇ ਨੇ ਬਹੁਤ ਜ਼ਿਆਦਾ ਵੀਜ਼ਾਸ ਇਸ਼ੂ ਕੀਤੇ ਨੇ ਲਾਸਟ ਜਿਹੜੇ ਇਸ ਕੁਆਟਰ ਦੇ ਵਿੱਚ। ਸੋ ਯੂਐਸ ਦੇ ਵਿੱਚ ਉਮੀਦ ਕਰਦੇ ਹਾਂ ਕਿ ਮਹੀਨੇ 2 ਮਹੀਨੇ ਦੇ ਵਿੱਚ ਤਕਰੀਬਨ ਜਿਹੜੀ ਹੈ ਜਿੰਨੀ ਕੁ ਬ੍ਰੇਕ ਲੱਗੀ ਹੋਈ ਹੈ ਉਹ ਵੀ ਬ੍ਰੇਕ ਚੱਕੀ ਜਾਵੇ ਤੇ ਐਕਸੀਲੇਟਰ ਦੇ ਉੱਪਰ ਪੈਰ ਐਕਸੀਲੇਟਰ ਦੇ ਉੱਪਰ ਪੈਰ ਹੋਵੇ। ਓਕੇ। ਔਰ ਕੈਨੇਡਾ ਦਾ ਅਪਡੇਟਸ? ਕੈਨੇਡਾ ਕੰਟੀਨਿਊਸਲੀ, ਕੈਨੇਡਾ ਦੇ ਵਿੱਚ ਇਸ ਟਾਈਮ ਰਿਕਾਰਡ ਐਪਲੀਕੇਸ਼ਨਸ ਅੱਜ ਤੱਕ ਦੀ ਸਭ ਤੋਂ ਵੱਡੀ ਪੈਂਡੈਂਸੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਕੈਨੇਡੀਅਨ ਐਮਬੈਸੀ ਬਹੁਤ ਅਗਰੈਸਿਵ ਆ, ਬਹੁਤ ਵੀਜ਼ਾਸ ਗ੍ਰਾਂਟ ਕਰ ਰਹੀ ਹੈ ਇਸ ਟਾਈਮ। ਸੋ ਇਸ ਸਮੇਂ ਦੇ ਵਿੱਚ ਜਿਹੜੀਆਂ ਐਪਲੀਕੇਸ਼ਨਸ ਦਾ ਬੈਕਲੌਗ ਆ ਉਹ ਲਗਭਗ 20 ਲੱਖ ਐਪਲੀਕੇਸ਼ਨਸ ਆ, 20 ਲੱਖ, ਔਰ 11 ਲੱਖ ਐਪਲੀਕੇਸ਼ਨਸ ਜਿਹੜੀਆਂ ਨੇ ਟੈਂਪਰੇਰੀ ਰੈਜ਼ੀਡੈਂਸ ਦੀਆਂ ਨੇ। ਟੈਂਪਰੇਰੀ ਰੈਜ਼ੀਡੈਂਸ ਮਤਲਬ ਉਹਦੇ 'ਚ ਸਟੂਡੈਂਟਸ ਨੇ, ਵਿਜ਼ਟਰਸ ਨੇ, ਵਰਕ ਪਰਮਿਟ ਵਾਲੇ ਨੇ। ਸੋ 11 ਲੱਖ ਦੇ ਕਰੀਬ ਜਿਹੜੀਆਂ ਐਪਲੀਕੇਸ਼ਨਸ ਆ ਉਹ ਇਸ ਸਮੇਂ ਸਟੂਡੈਂਟਸ ਤੇ ਵਿਜ਼ਟਰ ਲਾ ਲੂ ਕੇ ਆ। ਸੋ ਬਿਕੋਜ਼ ਕੈਨੇਡਾ ਐਮਬੈਸੀ ਬਹੁਤ ਰਫਤਾਰ ਨਾਲ ਵੀਜ਼ਾਸ ਦੇ ਰਹੀ ਆ, ਬੈਕਲੌਗ ਦਾ ਟਾਈਮ ਘਟਦਾ ਜਾਂਦਾ, ਐਪਲੀਕੇਸ਼ਨ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 6 ਮਹੀਨੇ ਤੋਂ ਲੈ ਕੇ ਹੁਣ ਤਕਰੀਬਨ ਜਿਹੜਾ ਉਹ 2-2.5 ਮਹੀਨੇ ਦੇ ਉੱਪਰ ਆ ਗਿਆ ਆ। ਸੋ ਤੁਸੀਂ ਅੱਜ ਵੀਜ਼ਾ ਪਾਉਂਦੇ ਹੋ, ਤੁਹਾਡਾ 2-2.5 ਮਹੀਨੇ ਦੇ ਵਿੱਚ ਕੇਸ ਪ੍ਰੋਸੈਸ ਹੁੰਦਾ ਹੈ। ਸੋ ਉਹਦੇ ਨਾਲ ਸਭ ਤੋਂ ਚੰਗੀ ਚੀਜ਼ ਇਹ ਹੈ ਕਿ ਕੈਨੇਡੀਅਨ ਐਮਬੈਸੀ ਤੁਹਾਡਾ ਜਿਹੜਾ ਪਾਸਪੋਰਟ ਜਿਹੜਾ ਵੀਜ਼ਾ ਪ੍ਰੋਸੈਸ ਕਰਦੀ ਹੈ ਉਹ ਵਿਦਆਊਟ ਪਾਸਪੋਰਟ ਕਰਦੀ ਹੈ। ਸੋ ਪਾਸਪੋਰਟ ਤੁਹਾਡੀ ਜੇਬ 'ਚ ਰਹਿੰਦਾ ਹੈ। ਸੋ ਕੈਨੇਡਾ ਐਮਬੈਸੀ ਜਿਹੜਾ ਕੇਸ ਲੱਗਾ ਹੋਇਆ, ਕੇਸ ਚੱਲ ਰਿਹਾ ਆਪਣੀ ਰਫਤਾਰ ਦੇ ਉੱਪਰ, ਜਿੱਦਣ ਕੇਸ ਦੀ ਮਨਜ਼ੂਰੀ ਹੋਗੀ ਉਹ ਤੁਹਾਨੂੰ ਪਾਸਪੋਰਟ ਰਿਕੁਐਸਟ ਕਰ ਲੈਣਗੇ। ਦਿਲ ਰਿਕੁਐਸਟ ਫॉर ਦਾ ਪਾਸਪੋਰਟ ਕਿ ਪਾਸਪੋਰਟ ਆਪਣਾ ਸਬਮਿਟ ਕਰੋ, ਤੁਸੀਂ ਦਿਓਗੇ ਤੇ ਤੁਹਾਡਾ ਪਾਸਪੋਰਟ ਦੇ ਉੱਪਰ ਸਟicker ਲਾ ਕੇ ਤੁਹਾਨੂੰ ਵਾਪਸ ਮਿਲ ਜਾਏਗਾ। ਓਕੇ। ਸੋ ਐਨੀ ਅਦਰ ਥਿੰਗ ਜੋ ਸਾਡੇ ਤੁਸੀਂ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋ ਆਪਣੇ ਤੌਰ ਦੇ ਉੱਤੇ? ਇਸ ਸਮੇਂ ਵਿੱਚ ਜਿਹੜੀਆਂ ਮੈਕਸਿਮਮ ਐਮਬੈਸੀਜ਼ ਜਿਹੜੀਆਂ ਖੁੱਲ੍ਹ ਕੇ ਵੀਜ਼ਾਸ ਦੇ ਰਹੀਆਂ ਨੇ ਯੂਕੇ ਦੇ ਵਿੱਚ ਪਿਛਲੇ ਲਗਭਗ ਅਸੀਂ ਪੂਰੇ 1.5 ਸਾਲ ਦੇ ਵਿੱਚ ਵੇਖਿਆ ਜਾਵੇ ਤੇ ਵੀ ਨੈਵਰ ਸੀਨ ਏ ਰਿਫਿਊਜ਼ਲ। ਇੱਕ ਵੀ ਸਟੂਡੈਂਟ ਦਾ ਕੋਈ ਰਿਫਿਊਜ਼ਲ ਨਹੀਂ ਹੋਇਆ, ਇੱਥੋਂ ਤੱਕ ਕਿ ਵਿਜ਼ਟਰ ਬਹੁਤ ਸਾਰੀਆਂ ਐਪਲੀਕੇਸ਼ਨਸ ਹੋਈਆਂ। ਸੋ ਯੂਕੇ ਰੌਕਸ ਲਾਈਕ ਐਨੀਥਿੰਗ। ਯੂਕੇ ਨੇ ਮੈਕਸਿਮਮ ਵੀਜ਼ਾਸ ਗ੍ਰਾਂਟ ਕੀਤੇ ਆ,
ਦੂਸਰੇ ਪਾਸੇ ਜਿਹੜਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਰਿਫਿਊਜ਼ਲਸ ਆਈਆਂ ਨੇ, ਬਹੁਤ ਸਾਰੇ ਬੱਚੇ ਰਿਫਿਊਜ਼ ਹੋਏ ਆ। ਇਹ ਉਹ ਸਟੂਡੈਂਟਸ ਰਿਫਿਊਜ਼ ਹੋਏ ਆ ਜਿਨ੍ਹਾਂ ਦੇ ਵਿੱਚ ਅਕੈਡਮਿਕ ਪ੍ਰੋਗਰੈਸ਼ਨ ਪ੍ਰੂਵ ਨਹੀਂ ਕੀਤੀ ਜਾਂ ਕਰੀਅਰ ਪ੍ਰੋਗਰੈਸ਼ਨ ਪ੍ਰੂਵ ਨਹੀਂ ਕੀਤੀ। ਮੋਟਾ ਮਤਲਬ ਇਹ ਆ ਬੱਚੇ ਨੇ ਕੀ ਪੜ੍ਹਨ ਜਾਣਾ, ਕਿਹੜਾ ਕੋਰਸ ਲੈਣਾ, ਕਿਹੜੇ ਕੋਰਸ ਦੀ ਫੀਸ ਕਿੰਨੀ ਦੇਣੀ, ਇੰਡੀਆ ਦੇ ਵਿੱਚ ਉਹਦੀ ਰੈਲੇਵੈਂਸੀ ਕੀ ਆ, ਬਾਹਰ ਪੜ੍ਹਾਈ ਕਿਉਂ ਜ਼ਰੂਰੀ ਆ, ਔਰ ਉਹ ਪੜ੍ਹਾਈ ਦੇ ਨਾਲ ਉਹਦਾ ਕਰੀਅਰ ਕਿਸ ਤਰੀਕੇ ਨਾਲ ਆ। ਰਾਈਟ। ਅਗਰ ਇਹ ਚੀਜ਼ਾਂ ਨੂੰ ਐਕਸਪਲੇਨ ਕੀਤਾ ਗਿਆ ਤਾਂ ਵੀਜ਼ਾਸ ਕੰਟੀਨਿਊਸਲੀ ਆ ਰਹੇ ਆ। ਤੁਸੀਂ 4 ਰਿਫਿਊਜ਼ਲ ਤੋਂ ਬਾਅਦ ਵੀ ਅਸੀਂ ਵੀਜ਼ਾ ਲੈ ਪਾ ਰਹੇ ਹਾਂ। ਔਰ ਅਗਰ ਤੁਸੀਂ ਮੈਥਮੈਟੀਕਲ ਫਾਰਮ ਦੇ ਵਿੱਚ ਵੀਜ਼ਾ ਫਾਈਲ ਕੀਤਾ, ਵੀ ਇਕੱਲੇ ਫਾਰਮ ਭਰੇ ਆ, ਇਕੱਲੀਆਂ ਵਿਦਆਊਟ ਐਕਸਪਲੇਨੇਸ਼ਨਸ ਨਹੀਂ ਦਿੱਤੀਆਂ। ਸੋ ਪਹਿਲਾਂ ਸਾਰੇ ਵੀਜ਼ਾਸ ਇਸ ਤਰੀਕੇ ਨਾਲ ਕੈਨੇਡਾ ਨੇ ਵੈਸੇ ਦਿੰਦੀ ਸੀ, ਬਟ ਇਸ ਸਮੇਂ ਦੇ ਵਿੱਚ ਅਗਰ ਤੁਸੀਂ ਚੀਜ਼ਾਂ ਨੂੰ ਪ੍ਰੋਗਰੈਸ਼ਨ ਪ੍ਰੂਵ ਨਹੀਂ ਕੀਤੀ ਹੋਈ ਤੇ ਕੈਨੇਡਾ ਦੇ ਵਿੱਚ ਵੀਜ਼ਾਸ ਨਹੀਂ ਆ ਰਹੇ। ਸੋ ਕੈਨੇਡਾ ਦੇ ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਰਿਫਿਊਜ਼ਲ ਕੇਸਿਸ ਅਸੀਂ ਕਨਵਰਟ ਕਰਦੇ ਹਾਂ ਜਸਟ ਇਸੇ ਸਾਇੰਸ ਦੇ ਉੱਪਰ ਕਿ ਅਗਰ ਤੁਸੀਂ ਪ੍ਰੋਗਰੈਸ਼ਨ ਪ੍ਰੂਵ ਕਰ ਦੋਗੇ ਤੇ ਜਿਹੜਾ ਰਿਫਿਊਜ਼ਲ ਹੈ ਉਹ ਵੀਜ਼ੇ ਦੇ ਵਿੱਚ ਕਨਵਰਟ ਹੋ ਸਕਦਾ ਹੈ। ਸੋ ਥੈਂਕ ਯੂ ਸੋ ਮਚ। ਹਮੇਸ਼ਾ ਵਕਨ ਤੁਸੀਂ ਐਨਲਾਈਟਨ ਕੀਤਾ ਹੈ ਸਾਡੇ ਦਰਸ਼ਕਾਂ ਨੂੰ, ਔਰ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਅੱਗਾ ਆਪਾਂ ਐਪੀਸੋਡਸ ਸਾਰੇ ਡਿਜ਼ਾਈਨ ਕਰਕੇ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਾਂਗੇ। ਔਰ ਤੁਸੀਂ ਵੀ ਆਪਣੇ ਜੋ ਵਿਚਾਰ ਨੇ ਨਾ ਇਨਬਾਕਸ ਜ਼ਰੂਰ ਕਰਿਆ ਕਰੋ ਤਾਂ ਕਿ ਉਹਦੇ ਮੁਤਾਬਿਕ ਅਸੀਂ ਡਿਜ਼ਾਈਨ ਕਰ ਸਕੀਏ ਆਪਣੇ ਐਪੀਸੋਡਸ। ਸੋ ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਸੋ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਉਹ ਪੰਜਾਬ ਐਬਰੋਡ ਦਾ ਹਿੱਸਾ ਬਣਦੇ ਨੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।